ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਦੇ ਪਾਸੋਂ ਆਪ ਜੀ ਨੇ ਸਰਵਨ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਸ਼ਲੋਕ ਦੇ ਦੁਆਰਾ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਜੀਵਨ ਸਫਲ ਕਰਨ ਵਾਸਤੇ ਸਮਝਾਉਣਾ ਚਾਹੁੰਦੇ ਨੇ। ਗੁਰੂ ਚਰਨਾਂ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਅੰਮ੍ਰਿਤਮਈ ਬਾਣੀ ਦੇ ਦੁਆਰਾ ਅੱਜ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹੱਲਾ ਨਵਾਂ। ਨਿਸ ਦਿਨ ਮਾਇਆ ਕਾਰਨੇ ਪਰਾਨੀ ਡੋਲਤ ਨੀਤ। ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਲੋਕ ਦੀ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਅੱਜ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1427 ਦੇ ਉੱਪਰ ਸੁਭਾਏਮਾਨ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਮਨੁੱਖੀ ਜੀਵਾਂ ਨੂੰ ਇਸ ਦੁਨੀਆ ਦੇ ਅੰਦਰ ਵਿਚਰਨ ਵਾਲੇ ਇਸ ਮਨੁੱਖ ਨੂੰ ਸਮਝਾਉਂਦੇ ਨੇ ਕਿ ਤੂੰ ਇਸ ਜਨਮ ਦੇ ਵਿੱਚ ਇਸ ਸੰਸਾਰ ਦੇ ਅੰਦਰ ਨਿਰੰਕਾਰ ਦੇ ਮਿਲਾਪ ਵਾਸਤੇ ਆਇਆ ਹੈ। ਇਸ ਜਨਮ ਦੇ ਵਿੱਚ ਆਉਣ ਦਾ ਸਾਡਾ ਇੱਕ ਮਕਸਦ ਹੈ। ਉਹ ਮਕਸਦ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਸ ਗੋਬਿੰਦ ਦੇ ਮਿਲਾਪ ਵਾਸਤੇ, ਕਿਉਂਕਿ ਕਿਤੇ ਨਾ ਕਿਤੇ ਅਸੀਂ ਅਰਦਾਸ ਦੇ ਵਿੱਚ ਵੀ ਇਹ ਕਬੂਲ ਕਰਦੇ ਹਾਂ ਕਿ ਅਸੀਂ ਆਪਣੇ ਕੀਤੇ ਹੋਏ ਕਰਮ ਕਰਕੇ ਵਿਛੜ ਚੁੱਕੇ ਹਾਂ, ਪਰ ਹੁਣ ਜਿਹੜਾ ਵਿਛੋੜਾ ਪੈ ਗਿਆ ਉਹ ਮਿਲਾਪ ਦੇ ਵਿੱਚ ਨਹੀਂ ਬਦਲ ਰਿਹਾ। ਅਸੀਂ ਕਰਮ ਐਸੇ ਕਰ ਬੈਠੇ ਜਿਹਦੇ ਨਾਲ ਵਿਛੋੜਾ ਤਾਂ ਪੈ ਗਿਆ, ਪਰ ਹੁਣ ਸਾਨੂੰ ਅੱਗੋਂ ਉਹ ਕਰਮ ਕਰਨ ਦੀ ਜਾਚ ਨਹੀਂ ਜਿਹਦੇ ਨਾਲ ਇਹ ਵਿਛੋੜਾ ਮਿਲਾਪ ਵਿੱਚ ਬਦਲ ਜਾਏ। ਇਸ ਵਾਸਤੇ ਸਾਡੀ ਇੱਕ ਅਰਦਾਸ ਹੈ ਕਿ ਤੁਸੀਂ ਆਪਣੀ ਕਿਰਪਾ ਕਰੋ, ਸਾਡੇ ਤੇ ਆਪਣੀ ਇੱਕ ਮਿਹਰ ਕਰੋ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਧਿਆਨ ਰੱਖਣਾ, ਬਣਾਉਣ ਲੱਗਿਆਂ ਬਹੁਤ ਸਮਾਂ ਲੱਗਦਾ ਹੈ, ਟੁੱਟਣ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ। ਸਮਾਂ ਲੱਗਦਾ ਹੈ, ਬੀਜ ਪਾਇਆ ਤੇ ਫਲ ਤੱਕ ਪਹੁੰਚਣ ਵਾਸਤੇ ਸਮਾਂ ਲੱਗਦਾ ਹੈ, ਪਰ ਜਦੋਂ ਫਲ ਅਸੀਂ ਖਾਂਦੇ ਹਾਂ ਤੇ ਉਹ ਮਿੰਟਾਂ ਸਕਿੰਟਾਂ ਵਿੱਚ ਖਾ ਕੇ ਹਜ਼ਮ ਵੀ ਕਰ ਦਿੰਦੇ ਹਾਂ। ਪਰ ਉਹਨੂੰ ਫਲ ਨੂੰ ਬਣਨ ਲੱਗਿਆਂ ਕਿੰਨਾ ਸਮਾਂ ਲੱਗਾ, ਬੀਜ ਤੋਂ ਫਲ ਤੱਕ ਦਾ ਕਿੰਨਾ ਸਮਾਂ ਹੈ, ਪਰ ਅਸੀਂ ਇੱਕ ਮਿੰਟਾਂ ਵਿੱਚ ਉਹਨੂੰ ਸਕਿੰਟਾਂ ਵਿੱਚ ਤੋੜਿਆ ਤੇ ਤੋੜ ਕੇ ਖਾ ਲਿਆ। ਕੋਈ ਬਿਲਡਿੰਗ ਵੀ ਬਣਾਉਣੀ ਹੋਵੇ ਤੇ ਕਿੰਨਾ ਸਮਾਂ ਲੱਗਦਾ ਹੈ, ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ, ਪਰ ਤੋੜਨ ਲੱਗਿਆਂ ਉਨਾ ਸਮਾਂ ਨਹੀਂ ਲੱਗਦਾ।
ਇਸ ਲਈ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਅਸੀਂ ਜਿਹੜੀ ਸਾਂਝ ਤੋੜ ਲਈ ਹੈ, ਕਰਮ ਐਸੇ ਕਰਕੇ, ਹੁਣ ਯਤਨ ਬੜਾ ਕੀਤਾ, ਦੁਨੀਆ ਨੇ ਬੜੇ ਕਰਮ ਕੀਤੇ, ਬੜੇ ਤਰ੍ਹਾਂ ਦੇ ਕਰਮ ਕੀਤੇ, ਪਰ ਕੋਈ ਕਰਮ ਸਫਲ ਨਹੀਂ ਹੋਇਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਬੜੇ ਯਤਨ ਕੀਤੇ, ਕਰਮ ਤੇ ਐਸਾ ਕਰ ਬੈਠਾ ਵੀ ਸਾਂਝ ਬੜੀ ਜਲਦੀ ਟੁੱਟ ਗਈ, ਪਰ ਹੁਣ ਜੋੜਨ ਲੱਗਿਆਂ ਸਮਾਂ ਹੀ ਬੜਾ ਲੱਗ ਰਿਹਾ ਹੈ। ਬਹੁਤਾਤ ਵਿੱਚ ਅਸੀਂ ਇਹੀ ਸਵਾਲ ਜਿਹੜਾ ਹੈ ਉਹ ਕਰਦੇ ਹਾਂ ਵੀ ਕੀ ਕਰੀਏ, ਪਾਠ ਤੇ ਬਹੁਤ ਕਰਦੇ ਹਾਂ, ਸਿਮਰਨ ਤੇ ਬਹੁਤ ਕਰਦੇ ਹਾਂ, ਪਰ ਸਾਡੀ ਸੁਰਤ ਜਿਹੜੀ ਹੈ ਉਹ ਲੱਗਦੀ ਨਹੀਂ, ਸਾਡਾ ਧਿਆਨ ਟਿਕਦਾ ਹੀ ਨਹੀਂ। ਇੰਨੇ ਸਾਲਾਂ ਤੋਂ ਪਾਠ ਕਰ ਰਹੇ ਹਾਂ, ਇੰਨੇ ਸਾਲਾਂ ਤੋਂ ਸਿਮਰਨ ਕਰ ਰਹੇ ਹਾਂ, ਪਰ ਸਾਡਾ ਧਿਆਨ ਨਹੀਂ ਲੱਗਦਾ। ਉਹਦਾ ਕਾਰਨ ਹੀ ਇਹ ਹੈ ਕਿ ਹਜੇ ਕਿਰਪਾ ਜਿਹੜੀ ਹੈ ਉਹ ਨਹੀਂ ਹੋਈ। ਅਸੀਂ ਹਜੇ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨਾ ਹੈ। ਹੁਣ ਕਰਮ ਕਰਕੇ ਧਿਆਨ ਤਾਂ ਹਟਾ ਲਿਆ, ਪਰ ਹੁਣ ਦੁਬਾਰਾ ਧਿਆਨ ਲਗਾਉਣਾ ਔਖਾ ਹੋ ਗਿਆ। ਹੇ ਵਾਹਿਗੁਰੂ ਜੀ, ਮੈਂ ਅਨੇਕਾਂ ਕਰਮ ਕੀਤੇ, ਅਨੇਕਾਂ, ਇੱਕ ਵੀ ਨਹੀਂ, ਦੋ ਚਾਰ ਵੀ ਨਹੀਂ, ਅਨੇਕਾਂ ਕਰਮ ਕੀਤੇ, ਪਰ ਅਨੇਕ ਕਰਮ ਕਰਕੇ ਵੀ ਮੈਂ ਆਪਣੀ ਟੁੱਟੀ ਹੋਈ ਗੰਢਾ ਨਾ ਸਕਿਆ। ਜਿਹੜੀ ਮੇਰੀ ਸਾਂਝ ਟੁੱਟ ਗਈ ਸੀ ਉਹ ਮੈਂ ਦੁਬਾਰਾ ਜੋੜ ਨਾ ਸਕਿਆ। ਯਤਨ ਦੇਖੋ, ਸਮਾਜ ਵਿੱਚ ਇੱਜ਼ਤ ਬਣਾਉਣੀ ਹੋਵੇ ਨਾ, ਜਾਂ ਕਿਸੇ ਦੇ ਮਨ ਵਿੱਚ ਵਿਸ਼ਵਾਸ ਬਣਾਉਣਾ ਹੋਵੇ ਤੇ ਸਮਾਂ ਲੱਗਦਾ ਹੈ, ਪਰ ਜੇ ਕਿਤੇ ਇੱਜ਼ਤ ਨੂੰ ਗਵਾਉਣਾ ਹੋਵੇ ਤੇ ਪਲਾਂ ਦੇ ਵਿੱਚ ਹੀ ਗਵਾਇਆ ਜਾ ਸਕਦਾ ਹੈ। ਜੇ ਵਿਸ਼ਵਾਸ, ਇੱਕ ਵਾਰੀ ਭਰੋਸਾ ਕਿਸੇ ਤੋਂ ਉੱਠ ਜਾਂਦਾ ਹੈ ਤੇ ਦੁਬਾਰਾ ਉਹਦੇ ਉੱਤੇ ਵਿਸ਼ਵਾਸ, ਭਰੋਸਾ ਬਣਾਉਣਾ ਬੜਾ ਮੁਸ਼ਕਲ ਹੁੰਦਾ ਹੈ, ਪਰ ਤੋੜਨ ਲੱਗਿਆਂ ਤੇ ਸਮਾਂ ਨਹੀਂ ਲੱਗਾ। ਇਸੇ ਤਰ੍ਹਾਂ ਅਸੀਂ ਆਪਣੇ ਕੀਤੇ ਹੋਏ ਕਰਮ ਦੇ ਮੁਤਾਬਕ ਉਸ ਮਾਲਕ ਤੋਂ ਵਿਛੜੇ ਹਾਂ। ਹੁਣ ਬੜਾ ਯਤਨ ਕਰ ਰਹੇ ਹਾਂ, ਜਿਵੇਂ ਕੋਈ ਕਹਿੰਦਾ ਹੈ ਉਸੇ ਤਰ੍ਹਾਂ ਦਾ ਕਰਮ ਕਰਦੇ ਹਾਂ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕਰਮ ਕੀਤੇ, ਪਰ ਇੱਕ ਵੀ ਕਰਮ ਨੇ ਮਿਲਾਪ ਨਹੀਂ ਕੀਤਾ। ਅਨੇਕਾਂ ਯਤਨ ਕੀਤੇ, ਪਰ ਇੱਕ ਯਤਨ ਵੀ ਐਸਾ ਸਫਲ ਨਹੀਂ ਹੋਇਆ ਜਿਹਦੇ ਨਾਲ ਮੇਰੀ ਟੁੱਟੀ ਗੰਢੀ ਜਾਏ। ਇਸ ਲਈ ਹੁਣ ਸਮਝ ਆਈ ਗੁਰੂ ਦੁਆਰੇ ਆ ਕੇ ਕਿ ਉਸ ਟੁੱਟੀ ਹੋਈ ਨੂੰ ਕਿਵੇਂ ਗੰਢਣਾ ਹੈ। ਕਿਸ ਤਰ੍ਹਾਂ ਇਹ ਮੈਂ ਕਰਮ ਐਸਾ ਕਰਾਂ ਜਿਹਦੇ ਨਾਲ ਉਹਦੀ ਕਿਰਪਾ ਦਾ ਪਾਤਰ ਬਣ ਜਾਵਾਂ। ਅਸੀਂ ਇੱਥੇ ਆਪਣੇ ਜੀਵਨ ਦੇ ਅੰਦਰ ਉਹ ਕਰਮ ਕਰਨ ਵਾਸਤੇ ਆਏ ਹਾਂ ਜਿਹਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ। ਤੇ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਹਜੇ ਧੁਰ ਨਾਲ ਸੰਜੋਗ ਹੀ ਨਹੀਂ ਬਣਦਾ। ਸੰਜੋਗ ਦਾ ਮਤਲਬ ਸਾਡੀ ਸੁਰਤ ਹਜੇ ਧੁਰ ਨਾਲ, ਧੁਰ ਦਾ ਅਰਥ ਕੀ ਹੈ? ਧੁਰ ਕੀ ਬਾਣੀ ਆਈ। ਆ ਜਿਹੜੀ ਧੁਰ ਕੀ ਬਾਣੀ ਹੈ, ਇਸ ਧੁਰ ਕੀ ਬਾਣੀ ਨਾਲ ਸਾਡੀ ਸੁਰਤ ਜੁੜੀ ਨਹੀਂ ਰਹੀ। ਹਜੇ ਤਾਂ ਸਿਰਫ ਕੰਨ, ਅੱਖ, ਰਸਨਾ ਜਿਹੜੀ ਹੈ ਇਹ ਜੁੜ ਰਹੇ ਨੇ, ਪਰ ਸਾਡੀ ਸੁਰਤ ਜਿਹੜੀ ਹੈ ਉਹ ਨਹੀਂ ਜੁੜ ਰਹੀ। ਜਿਸ ਦਿਨ ਸ਼ਬਦ ਨਾਲ ਸੁਰਤ ਜੁੜੇਗੀ ਉਸ ਦਿਨ ਫਿਰ ਸਾਡੇ ਉੱਤੇ ਉਹਦੀ ਕਿਰਪਾ ਹੋਣੀ ਹੈ। ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੁਸੀਂ ਸ਼ਬਦ ਨੂੰ ਗੁਰੂ ਤੇ ਸੁਰਤ ਨੂੰ ਚੇਲਾ ਬਣਾਉਣਾ ਹੈ। ਇਹੀ ਬਣਾਉਣ ਲੱਗਿਆਂ ਕਿੰਨਾ ਸਮਾਂ ਲੱਗ ਗਿਆ। ਜ਼ਿੰਦਗੀ ਦੇ ਕਿੰਨੇ ਸਾਲ ਜਿਹੜੇ ਆ ਉਹ ਲੰਘ ਗਏ, ਪਰ ਹਜੇ ਸੁਰਤ ਤੇ ਸ਼ਬਦ ਦਾ ਮੇਲ ਨਹੀਂ ਹੋ ਰਿਹਾ। ਸ਼ਬਦ ਤੇ ਸੁਰਤ ਦਾ ਸੁਮੇਲ ਕਰਨ ਵਾਸਤੇ ਹੀ ਕਿਰਪਾ ਚਾਹੀਦੀ ਹੈ। ਬੜੀ ਵਾਰ ਜ਼ਿਕਰ ਕੀਤਾ ਕਿ ਸਾਡਾ ਗੁਰੂ ਦੁਆਰੇ ਆਉਣਾ ਇੱਕ ਕੋਈ ਰਸਮ ਨਹੀਂ, ਕਿ ਅਸੀਂ ਰਸਮ ਜਿਹੜੀ ਹੈ ਉਹ ਨਿਭਾਉਣੀ ਹੈ, ਵੀ ਚਲੋ ਆਇਆ ਬੰਦਾ ਆ ਕੇ ਚਲਾ ਗਿਆ।
ਨਾ ਇਹ ਫਾਰਮੈਲਿਟੀ ਅਸੀਂ ਜਿਹੜੀ ਹੈ ਉਹ ਕਰਨੀ ਹੈ ਵੀ ਹਾਂ ਦੁਨੀਆ ਨੂੰ ਪਤਾ ਲੱਗ ਜੇ ਵੀ ਇਹ ਗੁਰੂ ਦੇ ਘਰ ਆਉਂਦਾ ਹੈ। ਨਾ ਇਹਨੂੰ ਰਸਮ ਬਣਾਉਣਾ, ਨਾ ਫਾਰਮੈਲਿਟੀ ਅਸੀਂ ਕਰਕੇ ਦੁਨੀਆ ਨੂੰ ਦਿਖਾਣਾ। ਅਸੀਂ ਤੇ ਇਸ ਲਈ ਆਉਣਾ ਵੀ ਸਾਡੀ ਟੁੱਟੀ ਗੰਢੀ ਜਾਏ। ਅਸੀਂ ਇੱਥੇ ਆ ਕੇ ਇਹ ਅਰਦਾਸ ਕਰਨੀ ਸਿੱਖਣੀ ਹੈ, ਟੁੱਟੀ ਗਾਂਢਣ ਹਾਰ ਗੋਪਾਲ। ਹੇ ਸਾਰੇ ਜੀਆਂ ਦੇ ਪਾਲਣਹਾਰ ਵਾਹਿਗੁਰੂ, ਤੁਸੀਂ ਪਾਲਣਾ ਤੇ ਸਾਡੀ ਪਲ ਪਲ ਕਰ ਰਹੇ ਹੋ, ਪਰ ਅਸੀਂ ਇੰਨੇ ਅਕਿਰਤ ਘਾਣਾ ਕਿ ਅਸੀਂ ਤੁਹਾਡੇ ਨਾਲ ਸੁਰਤ ਨਹੀਂ ਜੋੜ ਪਾ ਰਹੇ। ਤੁਸੀਂ ਸਾਡੀ ਪ੍ਰਤਪਾਲਣਾ ਜਿਹੜੀ ਹੈ ਉਹ ਪ੍ਰਤਪਾਲਕ ਬਣ ਕੇ ਪਲ ਪਲ ਸਾਡੀ ਪਾਲਣਾ ਕਰ ਰਹੇ ਹੋ, ਪਰ ਅਸੀਂ ਤੁਹਾਡੇ ਨਾਲ ਫਿਰ ਨਹੀਂ ਜੁੜ ਪਾ ਰਹੇ ਹਾਂ। ਇਹੀ ਕਾਰਨ ਹੈ ਸਾਡੇ ਗੁਰੂ ਦੇ ਦੁਆਰੇ ਆਉਣ ਦਾ, ਗੁਰੂ ਸਾਹਿਬ ਜੀ ਦੇ ਘਰ ਵਿੱਚ ਆਉਣ ਦਾ, ਕਿ ਅਸੀਂ ਕਮ ਸੇ ਕਮ ਗੁਰੂ ਘਰ ਗੁਰੂ ਦੁਆਰੇ ਆ ਕੇ ਉਸ ਢੰਗ ਤਰੀਕੇ ਦੇ ਨਾਲ ਜੁੜੀਏ ਜਿਹਦੇ ਨਾਲ ਅਸੀਂ ਜਦੋਂ ਜਾਈਏ ਤੇ ਵਾਹਿਗੁਰੂ ਦੀ ਕਿਰਪਾ ਲੈ ਕੇ ਜਾਈਏ। ਆਏ ਤੇ ਅਸੀਂ ਕੀਤੇ ਹੋਏ ਕਰਮ ਲੈ ਕੇ ਹਾਂ, ਪਰ ਜਾਣਾ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਜਾਣਾ ਹੈ। ਉਹਦੇ ਲਈ ਫਿਰ ਕੀ ਕਰਨਾ ਪਏਗਾ? ਉਹਦੇ ਲਈ ਫਿਰ ਜੋ ਗੁਰੂ ਸਾਹਿਬ ਕਹਿੰਦੇ ਆ ਉਹ ਸਾਨੂੰ ਮੰਨਣਾ ਪਏਗਾ। ਸਤਿਗੁਰੂ ਦੀ ਗੱਲ ਜਿਹੜੀ ਆ ਉਹ ਮੰਨਣੀ ਪਏਗੀ। ਕਿਤੇ ਨਾ ਕਿਤੇ ਇਹ ਕਬੂਲ ਕਰਕੇ ਵੀ ਕਿਰਤ ਕਰਮ ਕੇ ਵਿਛੜੇ, ਅਸੀਂ ਆਪਣੇ ਕੀਤੇ ਕਰਮ ਅਨੁਸਾਰ ਹੀ ਵਿਛੜੇ। ਇੱਥੇ ਦੋਸ਼ ਕਿਸੇ ਨੂੰ ਨਹੀਂ ਹੈ। ਇਹ ਮੇਰੇ ਆਪਣੇ ਹੀ ਕਰਮ ਦਾ ਦੋਸ਼ ਹੈ ਕਿ ਮੈਂ ਨਿਰੰਕਾਰ ਨਾਲ ਆਪਣੀ ਸੁਰਤ ਜਿਹੜੀ ਹੈ ਉਹ ਨਹੀਂ ਜੋੜ ਪਾ ਰਿਹਾ। ਦੁਨੀਆ ਨਾਲ ਸੁਰਤ ਬੜੀ ਜਲਦੀ ਲੱਗਦੀ ਹੈ। ਕਦੇ ਕਿਸੇ ਨੇ ਲੈਕਚਰ ਜਿਹੜਾ ਉਹ ਦਿੱਤਾ, ਕਦੇ ਕਿਸੇ ਨੇ ਕਥਾ ਵਿਚਾਰ ਦੇ ਵਿੱਚ ਜਾਂ ਕੋਈ ਵੀ ਵਿਖਿਆਨ ਜਿਹੜਾ ਉਹ ਕੋਈ ਕਰਦਾ ਹੈ, ਤੇ ਕਦੀ ਕਿਸੇ ਨੇ ਆਖਿਆ ਵੀ ਤੁਸੀਂ ਸੰਸਾਰ ਨਾਲ ਆਪਣੀ ਸੁਰਤ ਜੋੜੋ। ਕਹਿਣਾ ਹੀ ਨਹੀਂ ਪੈਂਦਾ, ਕਿਉਂਕਿ ਦੁਨੀਆ ਨਾਲ ਸੁਰਤ ਆਪਣੇ ਆਪ ਜੁੜਦੀ ਹੈ। ਬਦੋ ਬਦੀ ਧਿਆਨ ਸੰਸਾਰ ਵੱਲ ਜਾਂਦਾ ਹੈ। ਭਾਵੇਂ ਆਪਾਂ ਇੱਥੇ ਵੀ ਬੈਠ ਗਏ, ਪਰ ਬਦੋ ਬਦੀ ਧਿਆਨ ਫਿਰ ਸੰਸਾਰ ਵੱਲ, ਫਿਰ ਬਦੋ ਬਦੀ ਧਿਆਨ ਸਾਡਾ ਘਰ ਪਰਿਵਾਰ ਕੰਮ ਕਾਜ ਵੱਲ ਹੀ ਧਿਆਨ। ਕਈ ਵਾਰ ਬੰਦਾ ਬੈਠਾ ਗੁਰੂ ਦੇ ਦਰ ਤੇ ਹੈ, ਪਰ ਸੋਚਦਾ ਹੁੰਦਾ ਹੈ ਕਿ ਦਿਨ ਵਿੱਚ ਮੈਂ ਕਿਹਨੂੰ ਮਿਲਣਾ ਹੈ ਤੇ ਕਿੱਥੇ ਜਾਣਾ ਹੈ। ਸੁਰਤ ਉੱਥੇ ਲੱਗੀ ਹੋਈ ਹੈ, ਬੈਠਾ ਗੁਰੂ ਦੇ ਘਰ ਦੇ ਵਿੱਚ ਹੈ। ਇਹਦਾ ਮਤਲਬ ਸੰਸਾਰ ਨਾਲ ਦੁਨੀਆ ਨਾਲ ਸੁਰਤ ਜੋੜਨ ਲਈ ਕੋਈ ਪ੍ਰੇਰਨਾ ਨਹੀਂ ਦੇਣੀ ਪੈਂਦੀ, ਕੋਈ ਲੈਕਚਰ ਨਹੀਂ ਕਰਨਾ ਪੈਂਦਾ, ਕੋਈ ਕਥਾ ਵਿਚਾਰ ਨਹੀਂ ਕਰਨੀ, ਕੋਈ ਵਿਖਿਆਨ ਨਹੀਂ ਕਰਨਾ ਪੈਂਦਾ। ਆਪਣੇ ਆਪ ਧਿਆਨ ਸੰਸਾਰ ਵੱਲ ਜਾਂਦਾ ਹੈ। ਆਪਣੇ ਆਪ ਨਿਰੰਕਾਰ ਵੱਲ ਚਿੱਤ ਜਿਹੜਾ ਉਹ ਚੇਤਾ ਨਹੀਂ ਆਉਂਦਾ, ਆਪਣੇ ਆਪ ਸੰਸਾਰ ਦਾ ਚੇਤਾ ਆਉਂਦਾ ਹੈ। ਕਿਉਂ? ਕਿਉਂਕਿ ਜੋ ਚਿੱਤ ਵਿੱਚ ਵਸਿਆ ਹੋਏਗਾ ਉਹੀ ਕੁਛ ਚੇਤੇ ਆਏਗਾ। ਹੁਣ ਜਿੱਥੋਂ ਇਹ ਸਭ ਕੁਝ ਚੇਤਾ ਆ ਰਿਹਾ ਨਾ, ਅਸੀਂ ਉਸ ਚਿੱਤ ਨੂੰ ਨਿਰੰਕਾਰ ਦੇ ਨਾਲ ਜੋੜਨਾ ਹੈ। ਭਗਤ ਜਨਾਂ ਨੇ ਵੀ ਇਹੀ ਜੁਗਤੀ ਸਾਡੇ ਸਾਹਮਣੇ ਰੱਖੀ। ਨਾਮਾ ਕਹੇ ਤਿਲੋਚਨਾ ਮੁਖ ਤੇ ਆਰਾਮ ਸੰਭਾਲ। ਨਾਮਦੇਵ ਜੀ ਕਹਿ ਰਹੇ ਨੇ ਵੀ ਨਾਮ ਮੁਖ ਤੋਂ ਸੰਭਾਲਿਆ ਜਾਂਦਾ ਹੈ, ਹੱਥਾਂ ਤੋਂ ਪੈਰਾਂ ਤੋਂ ਨਹੀਂ। ਇਸ ਬੋਡੀ ਇਸ ਸਰੀਰ ਤੋਂ ਨਾਮ ਦੀ ਸੰਭਾਲ ਨਹੀਂ ਹੁੰਦੀ, ਨਾਮ ਦੀ ਸੰਭਾਲ ਹੋਣੀ ਹੈ ਮੁਖ ਤੋਂ। ਹਾਥ ਪਾਉ ਕਰ ਕਾਮ ਸਭ ਚੀਤ, ਨਿਰੰਜਨ ਨਾਲ ਹੱਥ ਪੈਰ ਨਾਲ ਤੁਸੀਂ ਆਪਣਾ ਕੰਮ ਕਾਜ ਕਰੋ, ਪਰ ਆਪਣਾ ਚਿੱਤ ਨਿਰੰਕਾਰ ਨਾਲ ਜੋੜਨਾ। ਤੇ ਜਿਸ ਦਿਨ ਕਿਰਪਾ ਹੋਏਗੀ ਉਸੇ ਦਿਨ ਹੀ ਚਿੱਤ ਨਿਰੰਕਾਰ ਨਾਲ ਜੁੜਨਾ ਹੈ। ਚਿੱਤ ਦਾ ਮਤਲਬ ਜਿੱਥੋਂ ਸਭ ਕੁਝ ਚੇਤੇ ਆ ਰਿਹਾ ਹੈ, ਜੋ ਸਾਡੇ ਅੰਦਰ ਯਾਦਾਂ ਬਣ ਰਹੀਆਂ ਨੇ। ਹੁਣ ਜਦੋਂ ਚਿੱਤ ਨਿਰੰਕਾਰ ਦੇ ਨਾਲ ਜੁੜ ਗਿਆ ਤੇ ਉਸ ਵੇਲੇ ਕੀ ਹੋਏਗਾ? ਫਿਰ ਤੁਹਾਨੂੰ ਹਰ ਵੇਲੇ ਚੇਤੇ ਕੌਣ ਆਏਗਾ? ਨਿਰੰਕਾਰ ਚੇਤੇ ਆਏਗਾ। ਤੁਸੀਂ ਆਪਣੇ ਪਰਿਵਾਰ ਵਿੱਚ ਘਰ ਬੈਠੇ ਹੋ, ਤੁਹਾਨੂੰ ਨਿਰੰਕਾਰ ਚੇਤੇ ਆਏਗਾ। ਤੁਸੀਂ ਆਪਣੇ ਦੁਕਾਨ ਤੇ ਬੈਠੇ ਹੋ, ਤੁਹਾਨੂੰ ਨਿਰੰਕਾਰ ਚੇਤੇ ਆਏਗਾ। ਤੁਸੀਂ ਕਿਤੇ ਵੀ ਸੰਸਾਰ ਵਿੱਚ ਵਿਚਰ ਰਹੇ ਹੋ, ਤੁਹਾਨੂੰ ਨਿਰੰਕਾਰ ਹੀ ਚੇਤੇ ਆਏਗਾ। ਕਿਉਂ? ਕਿਉਂਕਿ ਤੁਹਾਡਾ ਚਿੱਤ ਨਿਰੰਕਾਰ ਨਾਲ ਜੁੜ ਗਿਆ।
ਇਸੇ ਲਈ ਆਖਿਆ ਸੀ ਕਿ ਮਨ ਤੂੰ ਚਿੱਤ ਨਾਲ ਜੁੜ ਕੇ ਉਸ ਨਿਰੰਕਾਰ ਦੇ ਨਾਮ ਦਾ ਸਿਮਰਨ ਕਰ, ਕਿਉਂਕਿ ਮਨ ਜਿਹੜਾ ਹੈ ਇਹ ਇਕੱਲਾ ਨਾਮ ਵੱਲ ਚੱਲਦਾ ਜ਼ਰੂਰ ਹੈ ਪਰ ਹੰਕਾਰੀ ਹੋ ਜਾਂਦਾ ਹੈ। ਕਿਤੇ ਨਾ ਕਿਤੇ ਅਸੀਂ ਇਸ ਮਾਰਗ ਤੇ ਤੁਰ ਕੇ ਹੰਕਾਰ ਵੀ ਅੰਦਰ ਪਾਲ ਲੈਂਦੇ ਹਾਂ ਕਿ ਮੈਂ ਵਿਚਾਰ ਬੜੀ ਸੁੰਦਰ ਕਰਦਾ, ਮੈਂ ਗੁਰਬਾਣੀ ਜਿਹੜੀ ਹੈ ਉਹ ਬੜੀ ਵਧੀਆ ਪੜ੍ਹਦਾ, ਮੈਂ ਸੰਗਤ ਕਰਦਾ, ਮੈਂ ਸੇਵਾ ਕਰਦਾ, ਮੈਂ ਇੰਨਾ ਪਾਠ ਕਰਦਾ। ਕਿਤੇ ਨਾ ਕਿਤੇ ਇਹ ਕਰਮ ਕਰਕੇ ਵੀ ਬੰਦਾ ਮੈਂ ਵਿੱਚ ਹੀ ਫਸ ਜਾਂਦਾ ਹੈ। ਪਰ ਜਦੋਂ ਮਨ ਔਰ ਚਿੱਤ ਇਕੱਠੇ ਜੁੜ ਜਾਣਗੇ ਫਿਰ ਮਨ ਕੱਲਾ ਹੰਕਾਰੀ ਨਹੀਂ ਬਣੇਗਾ, ਕਿਉਂਕਿ ਚਿੱਤ ਇਹਨੂੰ ਨਾਲ ਨਾਲ ਹਲੂਣਾ ਦਿੰਦਾ ਰਹੇਗਾ ਵੀ ਤੂੰ ਹੰਕਾਰ ਨਹੀਂ ਕਰਨਾ, ਤੂੰ ਮੈਂ ਨੂੰ ਮਿਟਾ ਕੇ ਹੀ ਨਿਰੰਕਾਰ ਨਾਲ ਜੁੜਨਾ ਹੈ। ਪਰ ਇਹ ਚੇਤਾ ਕਿਹਨੇ ਕਰਾਉਣਾ ਹੈ? ਚਿੱਤ ਨੇ। ਚਿੱਤ ਨਿਰੰਕਾਰ ਨਾਲ ਜੁੜੇਗਾ ਤੇ ਤਾਂ ਗੱਲ ਬਣਨੀ ਹੈ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਸ਼ਲੋਕ ਰਾਹੀਂ ਜੋ ਸਾਨੂੰ ਸਮਝਾਉਂਦੇ ਨੇ, ਸਤਿਗੁਰੂ ਜੀ ਦਾ ਮਕਸਦ ਵੀ ਇਹੀ ਹੈ ਕਿ ਦੁਨੀਆ ਦੇ ਵਿੱਚ ਧਰਮੀ ਲੋਕ ਜਿਹੜੇ ਨੇ ਉਹ ਬਹੁਤ ਨੇ, ਪਰ ਬਹੁਤ ਧਰਮੀ ਲੋਕਾਂ ਦੇ ਵਿੱਚੋਂ ਵੀ ਕੋਈ ਵਿਰਲਾ ਹੀ ਹੈ ਜਿਹਦਾ ਚਿੱਤ ਨਿਰੰਕਾਰ ਦੇ ਨਾਲ ਜੁੜਿਆ। ਨਹੀਂ ਤੇ ਬਾਹਰੋਂ ਸਿਰਫ ਜਿਹੜਾ ਹੈ ਉਹ ਧਰਮੀ ਬਣ ਕੇ ਦਿਖਾਇਆ ਜਾ ਰਿਹਾ ਹੈ ਕਿ ਮੈਂ ਧਰਮੀ ਹਾਂ, ਪਰ ਅੰਦਰ ਧਰਮ ਵਾਲਾ ਗੁਣ ਤੇ ਹੈ ਹੀ ਨਹੀਂ। ਜੇ ਅਸੀਂ ਧਰਮੀ ਲੋਕ ਵੇਖਾਂਗੇ ਸੰਸਾਰ ਵਿੱਚ ਸਾਨੂੰ ਕਰੋੜਾਂ ਮਿਲ ਜਾਣਗੇ, ਪਰ ਕਰੋੜਾਂ ਵਿੱਚੋਂ ਦੀ ਜੁੜਿਆ ਹੋਇਆ ਇੱਕ ਅੱਧ ਹੀ ਹੋਏਗਾ, ਤੇ ਜਿਹੜਾ ਜੁੜਿਆ ਹੈ ਉਹੀ ਸਫਲ ਹੋਣਾ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ, ਬਹੁਤ ਗੁਰੂ ਕੇ ਪਿਆਰ ਵਾਲੇ ਗੁਰੂ ਘਰ ਆਉਂਦੇ ਨੇ, ਸਾਰਿਆਂ ਦਾ ਆਉਣਾ ਮੁਬਾਰਕ ਹੈ। ਹਰ ਇੱਕ ਦਾ ਆਉਣਾ ਮੁਬਾਰਕ ਹੈ, ਕਿਉਂਕਿ ਕੁਝ ਤਾਂ ਚੰਗਾ ਕੀਤਾ ਹੋਏਗਾ ਨਾ ਵੀ ਜੋ ਗੁਰੂ ਘਰ ਆਏ ਆ। ਕਈਆਂ ਦੇ ਇੰਨੇ ਮੰਦੇ ਭਾਗ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਗੁਰੂ ਘਰ ਆਉਣਾ ਨਸੀਬ ਨਹੀਂ ਹੁੰਦਾ। ਗੁਰੂ ਸਾਹਿਬ ਦੇ ਦਰ ਤੇ ਆਉਣਾ ਤੇ ਜੁੜਨਾ ਨਸੀਬ ਨਹੀਂ ਹੁੰਦਾ। ਕੋਈ ਤਾਂ ਚੰਗਾ ਕਰਮ ਕੀਤਾ ਹੈ ਜਿਹਦੇ ਸਦਕੇ ਅਸੀਂ ਗੁਰੂ ਦੇ ਦੁਆਰੇ ਆਏ ਹਾਂ, ਪਰ ਹੋਰ ਚੰਗਾ ਹੋ ਜਾਏਗਾ ਜੇ ਅਸੀਂ ਆਏ ਹਾਂ ਤੇ ਸਤਿਗੁਰੂ ਦੀ ਗੱਲ ਮੰਨ ਕੇ ਜਾਈਏ। ਹੋਰ ਚੰਗਾ ਹੋ ਜਾਏਗਾ, ਸਾਡੇ ਭਾਗ ਹੋਰ ਜਾਗ ਜਾਣਗੇ। ਕੁਝ % ਜਾਗੇ ਨੇ, ਕੁਝ ਹੋਰ ਜਾਗ ਜਾਣਗੇ ਜੇ ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰ, ਗੁਰੂ ਸਾਹਿਬ ਦੀ ਗੱਲ, ਗੁਰੂ ਸਾਹਿਬ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਜਾਈਏ। ਨਹੀਂ ਤਾਂ ਮਹਾਰਾਜ ਕਹਿੰਦੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਕੋਈ ਸ਼ੱਕ ਨਹੀਂ, ਆ ਬਹੁਤ ਰਹੇ ਨੇ, ਗਾ ਵੀ ਬਹੁਤ ਰਹੇ ਨੇ। ਸਾਰੇ ਹੀ ਜਿਹੜੇ ਨੇ ਉਹ ਸੇਵਕ ਸਿੱਖ ਪੂਜਣ ਸਭ ਆਵੈ, ਸਾਰੇ ਹੀ ਆਉਂਦੇ ਨੇ। ਪਰ ਕਹਿਣ ਲੱਗੇ ਪ੍ਰਵਾਨ ਪਤਾ ਕੌਣ ਹੋਇਆ? ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨ ਲਿਆ, ਗਾਵਿਆ ਸੁਣਿਆ, ਉਹਦਾ ਪ੍ਰਵਾਨ ਹੋ ਗਿਆ। ਜਿਨੇ ਸਤਿਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨ ਲਿਆ। ਹੁਣ ਆਉਣ ਵਾਲੇ ਬਹੁਤ ਨੇ ਪਰ ਮੰਨਣ ਵਾਲੇ ਥੋੜੇ ਨੇ। ਫਿਰ ਬੇਨਤੀ ਕਰਾਂ, ਆਉਣਾ ਸਾਰਿਆਂ ਦਾ ਹੀ ਮੁਬਾਰਕ ਹੈ। ਜਿੰਨੇ ਕਦਮ ਚੱਲ ਕੇ ਤੁਸੀਂ ਗੁਰੂ ਸਾਹਿਬ ਦੇ ਦਰ ਤੇ ਆਏ ਹੋ, ਤੁਹਾਡਾ ਇੱਕ ਇੱਕ ਕਦਮ ਤੁਹਾਡੇ ਵਾਸਤੇ ਮੁਬਾਰਕ ਹੈ। ਪਰ ਹੋਰ ਮੁਬਾਰਕ ਹੋ ਜਾਏ ਜੇ ਅਸੀਂ ਸਤਿਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਕੇ ਆਪਣੇ ਹਿਰਦੇ ਵਿੱਚ, ਝੋਲੀ ਵਿੱਚ ਪਵਾ ਕੇ ਲੈ ਜਾਈਏ। ਇਸ ਲਈ ਮਹਾਰਾਜ ਕਹਿੰਦੇ, ਆਉਣ ਵਾਲੇ ਬਹੁਤ, ਧਰਮ ਦੀਆਂ ਗੱਲਾਂ ਕਰਨ ਵਾਲੇ ਬਹੁਤ, ਧਰਮੀ ਲੋਕ ਤੁਹਾਨੂੰ ਬੜੇ ਮਿਲ ਜਾਣਗੇ, ਪਰ ਉਹਨਾਂ ਵਿੱਚੋਂ ਚਿੱਤ ਕਿਨੇ ਨਿਰੰਕਾਰ ਨਾਲ ਜੁੜਿਆ, ਸੁਰਤ ਕਿਹਦੀ ਜੁੜੀ ਹੋਈ ਹੈ, ਉਹ ਜਦੋਂ ਵੇਖੋਗੇ ਤੇ ਤੁਹਾਨੂੰ ਇੱਕ ਅੱਧ ਹੀ ਕੋਈ ਮਿਲੇਗਾ, ਸਾਰੇ ਨਹੀਂ। ਹੁਣ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਮਨ ਤੇ ਹਜੇ ਮਾਇਆ ਦੇ ਵਿੱਚ ਡਾਵਾਂਡੋਲ ਹੋਇਆ ਪਿਆ ਹੈ। ਤਕਰੀਬਨ ਗੁਰੂ ਸਾਹਿਬ ਜੀ ਨੇ ਮਾਇਆ ਦਾ ਜ਼ਿਕਰ ਜਿਹੜਾ ਹੈ ਉਹ ਪਾਵਨ ਸ਼ਲੋਕਾਂ ਵਿੱਚ ਬਹੁਤ ਕੀਤਾ ਹੈ। ਜਾਂ ਇਦਾਂ ਕਹਿ ਲਵਾਂ ਕਿ ਇੱਕ ਸ਼ਲੋਕ ਦੀ ਜਿਹੜੀ ਵਿਆਖਿਆ ਹੈ ਉਹ ਦੂਜੇ ਸ਼ਲੋਕ ਨੇ ਕਰਨੀ ਹੈ। ਤੇ ਜਿਹੜਾ ਜਿਵੇਂ ਹੁਣ ਬੜੇ ਸ਼ਲੋਕ ਨੇ ਮਾਇਆ ਦੇ ਪਰਥਾਏ, ਮਹਾਰਾਜ ਜੀ ਕਹਿੰਦੇ, ਮਾਇਆ ਕਾਰਨ ਧਾਵਈ ਮੂਰਖ ਲੋਗ ਅਜਾਨ।
ਅੱਜ ਦਾ ਜਿਹੜਾ ਪਾਵਨ ਸ਼ਲੋਕ ਹੈ, ਮਹਾਰਾਜ ਜੀ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ। ਹੁਣ ਜਿਹੜਾ ਇਹ ਸ਼ਲੋਕ ਹੈ ਉਹ ਦੂਜੇ ਦੇ ਅਰਥ ਕਰਦਾ ਹੈ ਤੇ ਦੂਜਾ ਸ਼ਲੋਕ ਇਸ ਸ਼ਲੋਕ ਦੇ ਅਰਥ ਕਰੇਗਾ। ਭਾਵ ਕਿ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ, ਸਾਨੂੰ ਗੁਰਬਾਣੀ ਵਿੱਚੋਂ ਹੀ ਗੁਰਬਾਣੀ ਦੇ ਅਰਥ ਸਮਝ ਆਉਂਦੇ ਨੇ। ਗੁਰਬਾਣੀ ਪੜ੍ਹ ਕੇ ਹੀ ਸਵਾਲ ਪੈਦਾ ਹੁੰਦਾ ਹੈ ਔਰ ਗੁਰਬਾਣੀ ਨੂੰ ਪੜ੍ਹ ਕੇ ਹੀ ਸਵਾਲ ਦਾ ਜਵਾਬ ਮਿਲਦਾ ਹੈ। ਸਾਨੂੰ ਗੁਰਬਾਣੀ ਵਿੱਚੋਂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ, ਗੁਰਬਾਣੀ ਵਿੱਚੋਂ ਬਾਹਰ ਹੋਣ ਦੀ ਸਾਨੂੰ ਲੋੜ ਹੀ ਨਹੀਂ, ਕਿਉਂਕਿ ਗੁਰਬਾਣੀ ਪੜ੍ਹ ਕੇ ਹੀ ਸਵਾਲ ਪੈਦਾ ਹੋਏਗਾ ਤੇ ਗੁਰਬਾਣੀ ਪੜ੍ਹ ਕੇ ਹੀ ਸਾਨੂੰ ਉਹਦਾ ਜਵਾਬ ਵੀ ਨਾਲ ਦੀ ਨਾਲ ਮਿਲ ਜਾਏਗਾ। ਇਸ ਲਈ ਸਾਹਿਬ ਕਹਿੰਦੇ ਨਿਸ ਦਿਨ ਦਿਨ ਰਾਤ ਸੰਸਾਰ ਦੇ ਵਿੱਚ ਜਿਹੜਾ ਇਹ ਡੋਲ ਰਿਹਾ ਹੈ ਉਹਦਾ ਕਾਰਨ ਹੈ ਮਾਇਆ, ਤੇ ਮਾਇਆ ਦਾ ਮਤਲਬ ਹੈ ਸਾਰਾ ਸੰਸਾਰ। ਇਹ ਸੰਸਾਰ ਜਿਹੜਾ ਮਾਇਆ ਦਾ ਰੂਪ ਹੈ ਨਾ, ਜਿਹਦਾ ਰੰਗ ਬਦਲਦਾ ਹੀ ਰਹਿੰਦਾ ਹੈ, ਇੱਕੋ ਜਿਹਾ ਨਹੀਂ ਰਹਿੰਦਾ। ਮਨ ਕਿਉਂ ਡੋਲਦਾ ਹੈ? ਕਿਉਂਕਿ ਇਹਦਾ ਰੰਗ ਇੱਕ ਨਹੀਂ ਹੈ, ਇਹਦਾ ਰੰਗ ਬਦਲਦਾ ਰਹਿੰਦਾ ਹੈ। ਉਹ ਬਦਲਦੇ ਰੰਗ ਨੇ ਇਹਨੂੰ ਐਸਾ ਮੋਹ ਲਿਆ, ਉਸ ਮੋਹ ਜਾਲ ਵਿੱਚ ਫਸਿਆ ਹੋਇਆ ਮਨ ਬਸ ਹਰ ਵੇਲੇ ਡਾਵਾਂ ਡੋਲ ਹੀ ਰਹਿੰਦਾ ਹੈ। ਜਿਸ ਦਿਨ ਇਹ ਮਨ ਚਿੱਤ ਨਾਲ ਰਲ ਕੇ ਨਿਰੰਕਾਰ ਨਾਲ ਜੁੜ ਜਾਏਗਾ ਉਸ ਦਿਨ ਡੋਲੇਗਾ ਨਹੀਂ। ਤੇ ਅਸੀਂ ਡਾਵਾਂ ਡੋਲ ਹੋਏ ਆਏ ਹਾਂ ਗੁਰੂ ਸਾਹਿਬ ਦੇ ਦਰ ਤੇ ਇਹੀ ਅਰਦਾਸ ਕਰਨ ਲਈ ਕਿ ਮਹਾਰਾਜ ਸਾਡੇ ਤੇ ਕਿਰਪਾ ਕਰ ਦਿਓ ਤਾਂ ਕਿ ਸਾਡਾ ਮਨ ਡੋਲੇ ਨਾ, ਸਾਡਾ ਮਨ ਜਿਹੜਾ ਡਾਵਾਂ ਡੋਲ ਨਾ ਹੋਵੇ। ਤੇ ਗੁਰੂ ਸਾਹਿਬ ਜੀ ਫਿਰ ਸਮਝਾਉਂਦੇ ਨੇ ਅੰਮ੍ਰਿਤ ਬਾਣੀ ਦੇ ਰਾਹੀਂ, ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਕਹਿੰਦੇ ਜਿਹੜਾ ਉਹ ਹਰੀ ਪਰਮੇਸ਼ਵਰ ਹੈ ਨਾ, ਉਹ ਤੇਰੇ ਮਨ ਦੀ ਹਰ ਆਸ ਨੂੰ ਪੂਰਾ ਕਰਨ ਵਾਲਾ ਹੈ। ਤੇ ਜਦ ਉਹ ਕਹਿੰਦਾ ਵੀ ਮੈਂ ਤੇਰੇ ਮਨ ਦੀ ਆਸ ਚੰਗੀ ਹੋਣੀ ਚਾਹੀਦੀ ਹੈ। ਹੁਣ ਇੱਥੇ ਇੱਕ ਹੋਰ ਰੁਕ ਕੇ ਸਮਝ ਲੈਣਾ, ਅਸੀਂ ਗੁਰੂ ਸਾਹਿਬ ਕਹਿੰਦੇ ਉਹ ਸਾਰੇ ਮਨ ਦੀ ਆਸ ਤੇਰੀ ਪੂਰੀ ਕਰੇਗਾ, ਪਰ ਮਨ ਦੇ ਵਿੱਚ ਤੇ ਗਲਤ ਖਾਹਿਸ਼ਾਂ ਵੀ ਹੁੰਦੀਆਂ ਨੇ। ਮਨ ਦੀ ਆਸ ਤਾਂ ਜਿਹੜੀ ਆ ਉਹ ਗਲਤ ਵੀ ਹੋ ਸਕਦੀ ਹੈ ਕਿ ਉਹ ਸਾਡੀ ਗਲਤ ਆਸ ਵੀ ਪੂਰੀ ਕਰੇਗਾ। ਮੈਂ ਮਨ ਵਿੱਚ ਕੋਈ ਖਾਹਿਸ਼ ਰੱਖੀ ਹੈ ਪਰ ਉਹ ਹੈ ਮਾੜੀ ਹੈ, ਤੇ ਕੀ ਉਹ ਵੀ ਉਹ ਪੂਰਾ ਕਰ ਦੇਗਾ? ਜਾਂ ਇੱਕ ਬਚਨ ਆਪਾਂ ਪੜ੍ਹਦੇ ਹਾਂ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੇ ਜੇ ਮੈਂ ਕਿਸੇ ਦਾ ਮਾੜਾ ਮੰਗਾ ਉਹ ਵੀ ਦੇ ਦੇਗਾ। ਜੇ ਮੈਂ ਕਹਾਂ ਕਿਸੇ ਦਾ ਨੁਕਸਾਨ, ਕਿਸੇ ਦਾ ਬੁਰਾ ਹੋ ਜਾਏ, ਕਿਸੇ ਦੇ ਘਾਟਾ ਪੈ ਜਾਏ, ਤੇ ਉਹ ਵੀ ਮੇਰੀ ਮੰਗ ਪੂਰੀ ਹੋ ਜਾਏਗੀ? ਨਹੀਂ। ਸਾਹਿਬ ਕਹਿੰਦੇ ਇਸੇ ਲਈ ਪਹਿਲਾਂ ਤੈਨੂੰ ਗੁਰੂ ਦੁਆਰਾ ਦਿੱਤਾ ਹੈ। ਤੂੰ ਗੁਰੂ ਦੁਆਰੇ ਆ ਕੇ ਪਹਿਲਾਂ ਆਪਣੇ ਆਪ ਨੂੰ ਗੁਰਮਤ ਦੇ ਢਾਂਚੇ ਵਿੱਚ ਢਾਲ। ਜਦੋਂ ਤੂੰ ਆਪਣੇ ਗੁਰਮਤ ਦੇ ਢਾਂਚੇ ਵਿੱਚ ਮਨ ਨੂੰ ਢਾਲ ਲਏਗਾ ਨਾ, ਫਿਰ ਤੇਰੀ ਆਸ ਮਾੜੀ ਹੋ ਹੀ ਨਹੀਂ ਸਕਦੀ। ਤੇਰੇ ਮਨ ਵਿੱਚ ਕਿਸੇ ਪ੍ਰਤੀ ਮਾੜਾ ਖਿਆਲ ਆ ਹੀ ਨਹੀਂ ਸਕਦਾ। ਤੂੰ ਕਦੇ ਵੀ ਗਲਤ ਮੰਗ ਜਿਹੜੀ ਹੈ ਉਹ ਮੰਗ ਹੀ ਨਹੀਂ ਸਕੇਗਾ। ਇਸ ਲਈ ਤੇਰੇ ਅੰਦਰ ਦੀ ਮੰਗ, ਤੇਰੇ ਅੰਦਰ ਦੀ ਸੋਚ ਚੰਗੀ ਹੋ ਜਾਏਗੀ। ਫਿਰ ਜਦੋਂ ਚੰਗੀ ਸੋਚ ਦਾ ਤੂੰ ਧਾਰਨੀ ਬਣ ਜਾਏਗਾ ਨਾ, ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪਰ ਉਹਦੇ ਲਈ ਪਹਿਲਾਂ ਤਿਆਰੀ ਵੀ ਤੇ ਕਰਨੀ ਪਏਗੀ। ਉਹਦੇ ਵਾਸਤੇ ਸਾਨੂੰ ਨਿਰੰਕਾਰ ਤੋਂ ਮਿਲਣ ਤੋਂ ਪਹਿਲਾਂ ਸਾਨੂੰ ਗੁਰੂ ਵਾਲਾ ਬਣਨਾ ਪੈਣਾ ਹੈ। ਮਨ ਮਤ ਛੱਡ ਕੇ ਸਾਨੂੰ ਗੁਰਮਤ ਦੇ ਧਾਰਨੀ ਬਣਨਾ ਪਏਗਾ। ਸਤਿਗੁਰੂ ਦੇ ਦਰ ਤੇ ਆਏ, ਸਤਿਗੁਰੂ ਕਹਿੰਦੇ ਲਿਆ ਆਪਣਾ ਮਨ ਦੇ ਮੈਨੂੰ, ਮੈਂ ਤੇਰੇ ਮਨ ਦੀ ਮੁਰੰਮਤ ਕਰ ਦਿਆਂ। ਤੇਰਾ ਮਨ ਜਿਹੜਾ ਇਹਦੀ ਮੁਰੰਮਤ ਕਰਕੇ ਤੈਨੂੰ ਮੈਂ ਦਿਆਂ, ਫਿਰ ਤੂੰ ਜੋ ਮੰਗੇਗਾ ਤੈਨੂੰ ਮਾਲਕ ਦੇ ਘਰ ਚੋਂ ਮਿਲੇਗਾ। ਔਰ ਤੈਨੂੰ ਫਿਰ ਮੰਗਣ ਦੀ ਵੀ ਲੋੜ ਨਹੀਂ ਪਏਗੀ। ਅਣਮੰਗਿਆਂ ਦਾਨ ਦੇਵਣਾ, ਫਿਰ ਤੈਨੂੰ ਬਿਨਾਂ ਮੰਗਿਆਂ ਹੀ ਮਾਲਕ ਨੇ ਬਹੁਤ ਕੁਝ ਦੇ ਦੇਣਾ ਹੈ। ਪਰ ਉਹਦੇ ਲਈ ਇੱਕ ਕੰਮ ਕਰ, ਮਨ ਵੇਚੈ ਸਤਿਗੁਰ ਕੇ ਪਾਸ। ਇਹ ਜਿਹੜਾ ਨਿਸ ਦਿਨ ਡੋਲਦਾ ਪਿਆ ਨਾ, ਸਵੇਰੇ ਅਰਦਾਸ ਕੀਤੀ ਸ਼ਾਮ ਨੂੰ ਡੋਲ ਗਿਆ, ਸਵੇਰੇ ਅਰਦਾਸ ਕੀਤੀ ਸ਼ਾਮ ਨੂੰ ਫਿਰ ਇਹ ਡੋਲ ਗਿਆ। ਕਹਿੰਦੇ ਤੂੰ ਮਨ ਹੀ ਗੁਰੂ ਨੂੰ ਦੇ, ਇਹਦੀ ਇੰਨੀ ਮੁਰੰਮਤ ਗੁਰਬਾਣੀ ਵਿੱਚੋਂ ਹੋਏਗੀ ਕਿ ਦੁਬਾਰਾ
ਮਨ ਨੂੰ ਇਸ ਤਰ੍ਹਾਂ ਘੜਿਆ ਜਾਏਗਾ ਕਿ ਦੁਬਾਰਾ ਇਹ ਡੋਲੇਗਾ ਹੀ ਨਹੀਂ ਮਨ। ਹੁਣ ਮਨ ਹੀ ਦੇਣਾ ਤੇ ਔਖਾ ਹੈ ਗੁਰੂ ਸਾਹਿਬ ਨੂੰ। ਭਾਵ ਮਨ ਕਰਕੇ ਗੁਰਬਾਣੀ ਨਾਲ ਜੁੜਨਾ ਹੀ ਤੇ ਔਖਾ ਹੈ, ਤਨ ਕਰਕੇ ਤੇ ਅਸੀਂ ਜੁੜੇ ਹੀ ਹੋਏ ਹਾਂ। ਮੁਖ ਤੋਂ ਤੇ ਅਸੀਂ ਹਰ ਵੇਲੇ ਜਿਹੜਾ ਜਿਵੇਂ ਬੜੀ ਵਾਰ ਜ਼ਿਕਰ ਕੀਤਾ, ਰਾਮ ਰਾਮ ਕਰਤਾ ਸਭ ਜਗ ਫਿਰੈ, ਪਰ ਮਹਾਰਾਜ ਕਹਿੰਦੇ ਹੈਰਾਨੀ ਵਾਲੀ ਗੱਲ ਹੈ ਵੀ ਰਾਮ ਨਾ ਪਾਇਆ ਜਾਏ। ਸਾਰਾ ਜਗਤ ਰਾਮ ਰਾਮ ਰਮੇ ਹੋਏ ਪਰਮੇਸ਼ਵਰ ਨੂੰ ਸਿਮਰ ਰਿਹਾ, ਪਰ ਪਾ ਕੋਈ ਵੀ ਨਹੀਂ ਰਿਹਾ, ਕਿਉਂਕਿ ਹਜੇ ਮਨ ਦੀ ਹਾਲਤ ਵਿਗੜੀ ਹੋਈ ਹੈ। ਹਜੇ ਮਨ ਜਿਹੜਾ ਹੈ ਉਹ ਰੋਗੀ ਹੈ। ਪਹਿਲੇ ਇਸ ਮਨ ਦੇ ਰੋਗ ਦਾ ਇਲਾਜ ਕਰਨਾ ਪਏਗਾ, ਫਿਰ ਅਗਲੀ ਖੇਡ ਬਣਨੀ ਹੈ। ਆਪ ਜੀ ਸੂਝਵਾਨ ਹੋ, ਜਦੋਂ ਕੋਈ ਵੱਡਾ ਆਪਰੇਸ਼ਨ ਕਰਨਾ ਹੋਵੇ ਤੇ ਪਹਿਲੇ ਛੋਟੀਆਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਜਿੰਨਾ ਚਿਰ ਉਹ ਕੰਟਰੋਲ ਨਹੀਂ ਹੋਏਗਾ, ਕੋਈ ਵੀ ਡਾਕਟਰ ਵੱਡਾ ਆਪਰੇਸ਼ਨ ਨਹੀਂ ਕਰਦਾ। ਆਮ ਨਾਰਮਲ ਜਿਹੜੀਆਂ ਸਾਡੀਆਂ ਬਿਮਾਰੀਆਂ ਬਣ ਗਈਆਂ, ਜਿਵੇਂ ਬੀਪੀ ਹਾਈ ਹੋ ਜਾਣਾ, ਸ਼ੂਗਰ ਵੱਧ ਜਾਣੀ, ਤੇ ਪਹਿਲਾਂ ਇਹਨੂੰ ਕੰਟਰੋਲ ਕੀਤਾ ਜਾਂਦਾ ਵੀ ਇਹਦਾ ਬੀਪੀ ਹਾਈ ਨਾ ਹੋਵੇ ਤੇ ਸ਼ੂਗਰ ਵਧੀ ਨਾ ਹੋਵੇ। ਜਦੋਂ ਉਹਨੂੰ ਕੰਟਰੋਲ ਕੀਤਾ, ਫਿਰ ਅਗਲੀ ਕਾਰਵਾਈ ਹੁੰਦੀ ਹੈ। ਸਭ ਕਹਿੰਦੇ ਤੂੰ ਸਿੱਧਾ ਹੀ ਨਿਰੰਕਾਰ ਨੂੰ ਮਿਲਣਾ ਚਾਹੁੰਦਾ, ਪਹਿਲਾਂ ਆਪਣੇ ਮਨ ਨੂੰ ਤਾਂ ਅਰੋਗ ਕਰ। ਪਹਿਲੇ ਆਪਣੇ ਮਨ ਵਿੱਚੋਂ ਵਾਸ਼ਨਾਵਾਂ ਨੂੰ ਤੇ ਕੰਟਰੋਲ ਕਰ। ਪਹਿਲਾਂ ਤੂੰ ਗੁਰਬਾਣੀ ਦਾ ਅਭਿਆਸ ਕਰ, ਗੁਰੂ ਚਰਨਾਂ ਦੇ ਵਿੱਚ ਆ, ਸੰਗਤ ਕਰ, ਗੁਰਬਾਣੀ ਕੀਰਤਨ ਵਿਚਾਰ ਨਾਲ ਜੁੜ। ਜਦੋਂ ਤੂੰ ਗੁਰੂ ਦੁਆਰੇ ਮਨ ਕਰਕੇ ਜੁੜਨ ਲੱਗ ਜਾਏਗਾ, ਤੇਰੇ ਮਨ ਵਿੱਚੋਂ ਦੀ ਮਾੜੀਆਂ ਵਾਸ਼ਨਾਵਾਂ ਕੰਟਰੋਲ ਹੋ ਜਾਣਗੀਆਂ। ਫਿਰ ਤੇਰਾ ਨਿਰੰਕਾਰ ਦੇ ਨਾਲ ਤੇਰੀ ਸਾਂਝ ਹੈ, ਫਿਰ ਤੇਰੀ ਆਪਣੇ ਮੂਲ ਨਾਲ ਸਾਂਝ ਹੈ। ਮੂਲ ਕੀ ਹੈ? ਜੀਵ ਆਤਮਾ। ਹੁਣ ਗੁਰੂ ਦੁਆਰੇ ਤਾਂ ਸਾਨੂੰ ਆਉਣਾ ਹੀ ਪਏਗਾ, ਔਰ ਗੁਰੂ ਦੁਆਰੇ ਆ ਕੇ ਗੁਰਬਾਣੀ ਨਾਲ ਜੁੜਨਾ ਹੀ ਪਏਗਾ। ਅੱਜ ਆ ਜਾਈਏ, ਭਾਵੇਂ ਕੱਲ ਆ ਜਾਈਏ, ਆਉਣਾ। ਹੱਸ ਕੇ ਆਈਏ ਤੇ ਭਾਵੇਂ ਰੋ ਕੇ ਆਈਏ, ਆਉਣਾ ਤੇ ਪੈਣਾ ਹੀ ਹੈ। ਤੇ ਇਸ ਲਈ ਰੋਣ ਤੋਂ ਬਿਨਾਂ ਜੇ ਅਸੀਂ ਰੋ ਕੇ ਆਉਣਾ, ਉਹਦੇ ਨਾਲੋਂ ਚੰਗਾ ਵੀ ਹੱਸ ਕੇ ਆਈਏ ਗੁਰੂ ਸਾਹਿਬ ਦੇ ਦੁਆਰੇ। ਅਸੀਂ ਦੁੱਖ ਵਿੱਚ ਵੀ ਤਾਂ ਆਉਂਦੇ ਹਾਂ, ਚੰਗਾ ਇਹ ਹੈ ਵੀ ਸੁੱਖ ਵੇਲੇ ਵੀ ਗੁਰੂ ਸਾਹਿਬ ਦੇ ਦਰ ਤੇ ਆ। ਇਹ ਨਹੀਂ ਕਿ ਦੁੱਖ ਆਏਗਾ ਤੇ ਉਦੋਂ ਹੀ ਗੁਰੂ ਦੇ ਦੁਆਰੇ ਆਉਣਾ। ਸੁੱਖ ਵਿੱਚ ਗੁਰੂ ਦੁਆਰੇ ਆਉਣ ਦੀ ਜਾਚ ਸਿੱਖ ਲੈ। ਸੱਚ ਜਾਣੀ, ਜਿਸ ਦਿਨ ਦੁੱਖ ਆਏਗਾ ਨਾ, ਉਸ ਦਿਨ ਤੂੰ ਡੋਲੇਗਾ ਨਹੀਂ, ਉਸ ਦਿਨ ਤੂੰ ਘਬਰਾਏਗਾ ਨਹੀਂ। ਉਸ ਦਿਨ ਦੁੱਖ ਆ ਕੇ ਤੇਰੇ ਕੋਲੋਂ ਲੰਘ ਜਾਏਗਾ, ਪਰ ਤੈਨੂੰ ਛੂਹੇਗਾ ਨਹੀਂ, ਜੇ ਤੂੰ ਸੁੱਖ ਵੇਲੇ ਗੁਰੂ ਦੁਆਰੇ ਆਉਣ ਦੀ ਜਾਚ ਸਿੱਖ ਲਏਗਾ। ਸ਼ਬਦ ਜਿਹੜੇ ਆਪਾਂ ਪੜ੍ਹਦੇ ਤਾਂ ਸੌਖੇ ਆ, ਪਰ ਇਹਦੀ ਵਿਆਖਿਆ ਕੀ ਕਹਿੰਦੀ ਹੈ ਉਹ ਸਮਝਣ ਦੀ ਲੋੜ ਹੈ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਪਰ ਇਹਦੇ ਵਾਸਤੇ ਪਹਿਲਾਂ ਸਾਨੂੰ ਗੁਰੂ ਦੁਆਰੇ ਆਉਣਾ ਪੈਣਾ ਹੈ। ਸੁੱਖ ਵੇਲੇ ਅਸੀਂ ਆਈਏ ਗੁਰੂ ਦੇ ਦੁਆਰੇ, ਤੇ ਜਦੋਂ ਕਿਤੇ ਕੋਈ ਵਿਪਤਾ ਮੁਸ਼ਕਲ ਦੀ ਘੜੀ ਆਏਗੀ, ਉਹਦੇ ਵਿੱਚ ਫਿਰ ਅਸੀਂ ਡੋਲਾਂਗੇ ਨਹੀਂ। ਪਰ ਬੰਦਾ ਕਹਿੰਦਾ ਆਉਣਾ ਹੀ ਉਦੋਂ ਹੈ ਜਦੋਂ ਕੋਈ ਮੁਸੀਬਤ ਆਏ, ਲੋੜ ਪੈ ਜਾਏ, ਜਾਂ ਕੋਈ ਕੰਮ ਵਿਗੜ ਜਾਏ, ਜਾਂ ਕੋਈ ਦੁੱਖ ਦੀ ਘੜੀ ਆ ਜਾਏ, ਫਿਰ ਕਹਿੰਦਾ ਚਲੋ ਚਲੀਏ। ਪਰ ਸਾਹਿਬ ਕਹਿੰਦੇ ਨਹੀਂ, ਤੂੰ ਦੁੱਖ ਸੁੱਖ ਵਿੱਚ ਗੁਰੂ ਦਾ ਦਰ ਨਹੀਂ ਛੱਡਣਾ, ਤਾਂ ਫਿਰ ਤੂੰ ਡੋਲੇਗਾ ਨਹੀਂ। ਪਰ ਹਜੇ ਤਾਂ ਤੂੰ ਡੋਲ ਰਿਹਾ, ਦਿਨ ਰਾਤ ਡੋਲ ਰਿਹਾ। ਕਿਉਂ ਡੋਲ ਰਿਹਾ? ਕਿਉਂਕਿ ਹਜੇ ਤੇਰਾ ਚਿੱਤ ਮਾਇਆ ਵਿੱਚ ਫਸਿਆ ਪਿਆ, ਤੇ ਮਾਇਆ ਦਾ ਅਰਥ ਹੈ ਸੰਸਾਰ। ਸੰਸਾਰ ਬਹੁ ਰੰਗੀ ਹੈ, ਇਹਦੇ ਰੰਗ ਪਲ ਪਲ ਦੇ ਵਿੱਚ ਬਦਲਦੇ ਨੇ, ਪਲ ਪਲ ਦੇ ਵਿੱਚ ਬਦਲਦੇ ਨੇ। ਤੇ ਜਦੋਂ ਗੁਰੂ ਦੁਆਰੇ ਆਏ, ਮਹਾਰਾਜ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਤੂੰ ਕਿਉਂ ਡੋਲਦਾ? ਜਿਹਨੇ ਸਿਰਜਣਾ ਕੀਤੀ, ਬਸ ਉਹਦੇ ਨਾਲ ਜੁੜਨ ਦਾ ਯਤਨ ਕਰ, ਉਹਦਾ ਆਸਰਾ ਲੈ। ਜਿਹਨੇ ਸਿਰਜਣਾ ਕੀਤੀ, ਜਦੋਂ ਉਹਦਾ ਆਸਰਾ ਲੈ ਕੇ ਚੱਲੇਗਾ, ਫਿਰ ਤੂੰ ਡੋਲ ਹੀ ਨਹੀਂ ਸਕਦਾ। ਤੈਨੂੰ ਇਹ ਸੰਸਾਰ ਜਿਹੜਾ ਇਹ ਤੈਨੂੰ ਚੰਗਾ ਲੱਗਣ ਲੱਗ ਜਾਏਗਾ। ਇਹ ਤੈਨੂੰ ਬਹੁ ਰੰਗੀ ਮਾਇਆ ਜਿਹੜੀ ਹੈ, ਇਹ ਤੈਨੂੰ ਭਰਮਾ ਨਹੀਂ ਸਕੇਗੀ, ਕਿਉਂਕਿ ਤੂੰ ਆਪਣੇ ਨਿਰੰਕਾਰ ਪਰਮ ਪਿਤਾ ਪਰਮੇਸ਼ਵਰ ਨਾਲ ਜੁੜਿਆ। ਜਿਹੜਾ ਬੱਚਾ ਆਪਣੇ ਪਿਤਾ ਦੀ ਉਂਗਲ ਪਕੜ ਕੇ ਚੱਲਦਾ ਨਾ, ਉਹਨੂੰ ਮੇਲਾ ਬੜਾ ਚੰਗਾ ਲੱਗਦਾ ਹੈ।
ਉਹ ਛਾਲਾਂ ਮਾਰਦਾ ਜਾਂਦਾ ਹੈ, ਹੱਸਦਾ ਖਿੜਦਾ ਖੇੜੇ ਵਿੱਚ ਜਾਂਦਾ ਹੈ, ਕਿਉਂਕਿ ਪਿਤਾ ਦੀ ਉਂਗਲ ਪਕੜੀ ਹੋਈ ਹੈ। ਤੇ ਜਦੋਂ ਹੀ ਪਿਤਾ ਦੀ ਉਂਗਲ ਛੁੱਟ ਜਾਏ ਤੇ ਉਹੀ ਮੇਲਾ ਉਹਦੇ ਵਾਸਤੇ ਦੁਖਦਾਈ ਹੋ ਜਾਂਦਾ ਹੈ। ਸਭ ਕੁਝ ਉਹੀ ਹੈ, ਸਾਰਾ ਕੁਝ ਮੇਲੇ ਵਿੱਚ ਉਹੀ ਰੰਗ ਬਿਰ ਸਭ ਕੁਝ ਨੇ, ਪਰ ਹੁਣ ਰੋਂਦਾ ਪਿਆ। ਕਿਉਂ ਰੋਂਦਾ ਹੈ? ਕਿਉਂਕਿ ਪਿਤਾ ਦੀ ਉਂਗਲ ਛੁੱਟ ਗਈ। ਜਦੋਂ ਪਿਤਾ ਦੀ ਉਂਗਲ ਪਕੜ ਕੇ ਚੱਲਦਾ ਸੀ, ਮੇਲਾ ਬਹੁਤ ਚੰਗਾ ਲੱਗ ਰਿਹਾ ਸੀ, ਬੜਾ ਸੋਹਣਾ ਲੱਗ ਰਿਹਾ ਸੀ। ਉਂਗਲ ਛੁੱਟਦਿਆਂ ਸਾਰੀ ਰੋਣਾ ਪੱਲੇ ਪੈ ਗਿਆ। ਕਿਉਂ? ਹੁਣ ਮੇਲਾ ਚੰਗਾ ਨਹੀਂ ਲੱਗਦਾ। ਇਹ ਸੰਸਾਰ ਮਾੜਾ ਨਹੀਂ ਹੈ, ਪਰਮੇਸ਼ਵਰ ਨੇ ਜਗਤ ਦੀ ਰਚਨਾ ਕੀਤੀ ਹੈ, ਕੋਈ ਮਾੜੀ ਚ ਰਚਨਾ ਨਹੀਂ ਕੀਤੀ। ਅਸੀਂ ਇਹਨੂੰ ਮਾੜਾ ਬਣਾ ਦਿੱਤਾ ਹੈ। ਕਿਉਂ ਬਣਾ ਦਿੱਤਾ? ਕਿਉਂਕਿ ਅਸੀਂ ਪਰਮੇਸ਼ਵਰ ਦੀ ਉਂਗਲ ਛੱਡ ਦਿੱਤੀ। ਅਸੀਂ ਉਹਦੇ ਨਾਲੋਂ ਸੁਰਤ ਜਿਹੜੀ ਹੈ ਤੋੜ ਕੇ ਸੰਸਾਰ ਨਾਲ ਜੋੜ ਲਈ। ਉਹਦੇ ਨਾਲ ਕੀ ਹੋਇਆ? ਸਾਡੇ ਅੰਦਰ ਦੇ ਹਾਲਾਤ ਜਿਹੜੇ ਆ ਉਹ ਸਾਡੇ ਮਾੜੇ ਹੋ ਗਏ। ਹੂ ਬਹੂ ਅੱਜ ਅਸੀਂ ਉਹ ਦ੍ਰਿਸ਼ ਵੇਖ ਸਕਦੇ ਹਾਂ, ਕਿਉਂਕਿ ਤਕਰੀਬਨ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਉਹ ਸਮੇਂ ਦੇ ਮੁਤਾਬਕ ਵੀ ਢੁੱਕਦੀ ਹੈ। ਅੱਜ ਦੇ ਹਾਲਾਤ ਕੀ ਹੈ ਕਿ ਜਿਹਨੇ ਪ੍ਰਜਾ ਨਾਲ ਆਪਣੀ ਸਾਂਝ ਪਾਉਣੀ ਸੀ, ਉਹ ਕਿਸੇ ਮਾਇਆਧਾਰੀ ਨਾਲ ਸਾਂਝ ਪਾ ਕੇ ਬਹਿ ਗਿਆ। ਤੇ ਜਦੋਂ ਹੀ ਉਹਨੇ ਪ੍ਰਜਾ ਦੀ ਉਂਗਲ ਛੱਡ ਕੇ ਮਾਇਆਧਾਰੀ ਦੀ ਉਂਗਲ ਪਕੜ ਲਈ ਤੇ ਕੀ ਮਾਹੌਲ ਬਣ ਗਿਆ? ਸਾਰਾ ਵਾਤਾਵਰਨ ਹੀ ਵਿਗੜ ਗਿਆ। ਸੰਸਾਰ ਦਾ ਦਾ ਰੰਗ ਢੰਗ ਹੀ ਬਦਲ ਗਿਆ। ਸਭ ਕੁਝ ਡਾਵਾਂਡੋਲ ਜਿਹੜਾ ਸੀ ਹੋ ਗਿਆ। ਕਿਉਂ? ਕਿਉਂਕਿ ਪ੍ਰਜਾ ਜਿਹਨੇ ਇੱਕ ਵੋਟ ਦੇ ਕੇ ਇਹਨੂੰ ਇੰਨੇ ਉੱਚੇ ਆਸਨ ਤੇ ਬਿਠਾਇਆ, ਉਹਦੀ ਉਂਗਲ ਛੱਡ ਕੇ ਤੇ ਇੱਕ ਮਾਇਆਧਾਰੀ ਦੀ ਉਂਗਲ ਨੂੰ ਪਕੜ ਲਿਆ। ਦੇਖ ਲਓ ਕੀ ਮਾਹੌਲ ਹੈ। ਇਹੀ ਹਾਲਾਤ ਸਾਡੇ ਨੇ। ਅਸੀਂ ਨਿਰੰਕਾਰ ਦੀ ਜਿਹੜੀ ਆ ਉਹ ਸਾਂਝ ਤੋੜ ਕੇ ਨਿਰੰਕਾਰ ਵਾਲਾ ਜਿਹੜਾ ਪਾਸਾ ਛੱਡ ਕੇ ਸੰਸਾਰ ਨਾਲ ਜੁੜ ਗਏ। ਤੇ ਸੰਸਾਰ ਨਾਲ ਜੁੜਦਿਆਂ ਸਾਰ ਕੀ ਹੋਇਆ? ਨਿਸ ਦਿਨ ਮਾਇਆ ਕਾਰਨੇ। ਸਾਹਿਬ ਜੀ ਕਹਿੰਦੇ ਨਿਸ ਦਿਨ, ਦਿਨ ਤੇ ਰਾਤ। ਇਹ ਮਾਇਆ ਦੇ ਕਾਰਨ ਪ੍ਰਾਨੀ ਡੋਲਤ ਨੀਤ ਦਾ ਅਰਥ ਹੈ ਹਰ ਸਮੇਂ, ਹਰ ਟਾਈਮ, ਹਰ ਦਿਨ ਡੋਲ ਰਿਹਾ ਹੈ। ਹਰ ਵੇਲੇ ਡਾਵਾਂਡੋਲ ਹੋਇਆ ਪਿਆ। ਟਿਕਾਈ ਕੋਈ ਨਹੀਂ ਹੈ, ਨਾ ਦਿਨ ਵਿੱਚ ਤੇ ਨਾ ਰਾਤ ਵਿੱਚ। ਨਾ ਦਿਨੇ ਚੈਨ ਆ ਰਿਹਾ, ਨਾ ਰਾਤ ਨੂੰ ਚੈਨ ਆ ਰਿਹਾ, ਬਸ ਡੋਲ ਰਿਹਾ ਹੈ। ਕਿਉਂ? ਕਿਉਂਕਿ ਹੁਣ ਨਿਸ ਦਿਨ ਮਾਇਆਕਾਰ ਨੇ ਜਿਸ ਮਾਇਆ ਨਾਲ ਸੁਰਤ ਜੋੜ ਲਈ, ਜਿਸ ਮਾਇਆ ਦਾ ਇਹਨੇ ਪੱਲਾ ਪਕੜ ਲਿਆ, ਉੱਥੇ ਹੁਣ ਟਿਕਾ ਕੋਈ ਨਹੀਂ ਮਿਲਦਾ। ਪ੍ਰਾਣੀ ਦਾ ਅਰਥ ਹੈ ਜਿਹਦੇ ਅੰਦਰ ਪ੍ਰਾਣ ਚੱਲ ਰਹੇ ਨੇ, ਕਿਉਂਕਿ ਜਿਹਦੇ ਅੰਦਰ ਪ੍ਰਾਣੀ ਨਹੀਂ ਉਹਨੂੰ ਆਪਾਂ ਪ੍ਰਾਣੀ ਕਹਿ ਹੀ ਨਹੀਂ ਸਕਦੇ। ਪ੍ਰਾਣ ਦਾ ਅਰਥ ਹੈ ਸਵਾਸ। ਕਹਿੰਦੇ ਆ ਸਵਾਸਾਂ ਦੀ ਜ਼ਿੰਦਗੀ ਜਿਉਣ ਵਾਲੇ ਪ੍ਰਾਣੀ, ਤੂੰ ਦਿਨ ਰਾਤ ਮਾਇਆ ਦੇ ਵਿੱਚ ਗਲਤਾਨ ਹੋ ਕੇ ਡੋਲਦਾ ਪਿਆ ਹੈ। ਤੂੰ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਸਤਵਾਦੀ ਹੋ ਜਾ, ਜਿੰਨਾ ਮਰਜ਼ੀ ਧਰਮੀ ਪੁਰਸ਼ ਬਣ ਜਾ, ਬਾਹਰੋਂ ਭਾਵੇਂ ਧਰਮ ਦਾ ਸਤ ਦਾ ਪਹਿਰਾਵਾ ਜਿੰਨਾ ਮਰਜ਼ੀ ਪਾ ਲੈ, ਪਰ ਹਕੀਕਤ ਤਾਂ ਇਹ ਹੈ ਕਿ ਤੇਰੀ ਅੰਦਰ ਸੁਰਤ ਕਿਸੇ ਹੋਰ ਪਾਸੇ ਹੀ ਜੁੜੀ ਹੋਈ ਹੈ। ਜਿਹੜਾ ਧਰਮ ਦਾ ਪਹਿਰਾਵਾ ਪਾ ਕੇ ਤੂੰ ਦੁਨੀਆ ਨੂੰ ਧਰਮੀ ਬਣ ਕੇ ਵਿਖਾਉਣਾ ਨਾ, ਅੰਦਰ ਤਾਂ ਧਰਮ ਦਾ ਇੱਕ ਵੀ ਲੱਛਣ ਨਹੀਂ, ਇੱਕ ਵੀ ਗੁਣ ਤੇਰੇ ਅੰਦਰ ਧਰਮ ਵਾਲੇ ਨਹੀਂ। ਕਰੋੜਾਂ ਪ੍ਰਾਣੀ ਮਹਾਰਾਜ ਕਹਿੰਦੇ ਦੇਖਣ ਨੂੰ ਮਿਲਦੇ ਆ, ਕਰੋੜਾਂ ਪ੍ਰਾਣੀ ਵੇਖਣ ਨੂੰ ਮਿਲਦੇ ਆ ਧਰਮੀ, ਪਰ ਅੰਦਰ ਸੁਰਤ ਮਾਇਆ ਨਾਲ ਜੁੜੀ ਹੋਈ ਹੈ। ਹੁਣ ਇੱਕ ਗੱਲ ਦੇਖਿਓ ਧਿਆਨ ਲਾ ਕੇ, ਸਾਹਿਬ ਕਹਿੰਦੇ ਦੁਨੀਆ ਕੀ ਹੈ? ਮਾਇਆ ਹੈ। ਤੇ ਇਸ ਮਾਇਆ ਦੀ ਖਾਤਰ ਤੂੰ ਆਪਣਾ ਦੀਨ, ਧਰਮ, ਈਮਾਨ ਸਭ ਕੁਝ ਗਵਾ ਲਿਆ, ਤੇ ਜਿਹਦੇ ਲਈ ਗਵਾਇਆ ਸੀ ਉਹਨੇ ਤੇਰੀ ਬਾਹ ਫਿਰ ਨਹੀਂ ਪਕੜਨੀ। ਇਹ ਪੰਕਤੀ ਫਿਰ ਉੱਥੇ ਹੀ ਆ ਕੇ ਢੁੱਕ ਜਾਣੀ ਅੱਜ ਦੇ ਮਾਹੌਲ ਤੇ, ਕਿ ਜਿਨ੍ਹਾਂ ਦੀ ਉਹ ਬਾਹ ਪਕੜ ਕੇ ਸਾਡਾ ਹੁਕਮਰਾਨ ਬੈਠਾ ਹੋਇਆ, ਉਹਨਾਂ ਨੇ ਫਿਰ ਇੱਕ ਦਿਨ ਬਾਹ ਛੱਡ ਦੇਣੀ ਹੈ। ਤੇ ਜਿਨ੍ਹਾਂ ਦੀ ਬਾਹ ਛੱਡ ਕੇ ਬੈਠਾ, ਕੰਮ ਇੱਕ ਦਿਨ ਆਉਣਾ ਫਿਰ ਉਹਨਾਂ ਨਹੀਂ ਹੈ। ਆਪ ਜੀ ਨੇ ਇਸ਼ਾਰਾ ਸਮਝ ਲੈਣਾ। ਦੀਨ ਗਵਾਇਆ ਦੁਨੀ ਸਿਉ, ਇਹ ਦੋਵੇਂ ਪਾਸੇ ਅਰਥ ਹੋਣੇ ਨੇ। ਦੀਨ ਗਵਾਇਆ ਦੁਨੀ ਸਿਉ। ਦੁਨੀ ਕੀ ਹੈ? ਮਾਇਆ। ਮਾਇਆ ਸੰਸਾਰ ਰੂਪੀ ਮਾਇਆ ਦੀ ਖਾਤਰ ਇਹ ਦੀਨ, ਆਪਣਾ ਧਰਮ, ਆਪਣਾ ਈਮਾਨ, ਇਹ ਸਭ ਕੁਝ ਇਹਨੇ ਛੱਡ ਦਿੱਤਾ।
ਦੁਨੀਆ ਦੇ ਰੰਗਾਂ ਵਿੱਚ ਰੰਗਣ ਵਾਸਤੇ ਇਹਨੇ ਆਪਣਾ ਧਰਮ ਈਮਾਨ ਸਭ ਕੁਝ ਛੱਡ ਦਿੱਤਾ। ਦੁਨੀ ਨ ਚਾਲੀ ਸਾਥ, ਕਹਿੰਦੇ ਜਿਹਦੀ ਖਾਤਰ ਸਭ ਕੁਝ ਛੱਡਿਆ ਸੀ ਉਹ ਫਿਰ ਨਹੀਂ ਉਹਨੇ ਨਾਲ ਨਿਭਣਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਕਹਿਣ ਲੱਗੇ ਉਹ ਗਾਫਲ ਨੇ ਆਪਣੇ ਹੱਥੀਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ। ਦੋਸ਼ ਕਿਹਨੂੰ ਦਈਏ ਆਪਾਂ? ਦੋਸ਼ ਕਿਹਦੇ ਉੱਤੇ ਦਈਏ ਵੀ ਤੂੰ ਮੇਰੇ ਪੈਰ ਤੇ ਕੁਹਾੜਾ ਮਾਰਿਆ? ਨਹੀਂ, ਕਹਿੰਦੇ ਤੂੰ ਹੀ ਆਪ ਹੀ ਗਾਫਲ ਹੋ ਕੇ ਆਪਣੇ ਪੈਰ ਤੇ ਆਪ ਕੁਹਾੜਾ ਮਾਰਿਆ। ਫਿਰ ਤਕਲੀਫ ਕਿਹਨੂੰ ਹੋਈ? ਦਰਦ ਕਿਹਨੂੰ ਹੈ? ਪੀੜਾ ਕਿਹਨੂੰ ਹੈ? ਜਿਹਦੇ ਪੈਰ ਤੇ ਕੁਹਾੜਾ ਵੱਜਿਆ ਉਹਨੂੰ ਹੀ ਦਰਦ ਹੈ ਨਾ, ਤੇ ਕੁਹਾੜਾ ਵੀ ਤੇ ਆਪ ਹੀ ਮਾਰਿਆ। ਚੰਗਾ ਭਲਾ ਸੰਸਾਰ ਦਾ ਇਹ ਸਿਸਟਮ ਚੱਲ ਰਿਹਾ ਸੀ ਤੇ ਆਪਣੇ ਪੈਰ ਤੇ ਕੁਹਾੜਾ ਜਿਹੜਾ ਸੀ ਉਹ ਮਾਰ ਲਿਆ। ਪਰ ਕਿਹਦੀ ਖਾਤਰ? ਦੁਨੀਆ ਦੀ ਖਾਤਰ, ਉਹ ਮਾਇਆ ਧਾਰੀਆਂ ਦੀ ਖਾਤਰ। ਜਿਸ ਮਾਇਆ ਧਾਰੀ ਦੇ ਖਾਤਰ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ ਔਰ ਜਿਹੜੇ ਇਸ ਸੰਸਾਰ ਦੇ ਵਿੱਚ ਅੰਨ ਦੇਣ ਵਾਲੇ, ਪੇਟ ਭਰਨ ਵਾਲੇ ਸੀ, ਉਹਨਾਂ ਤੋਂ ਮੁੱਖ ਮੋੜ ਲਿਆ। ਪਰ ਧਿਆਨ ਰੱਖਣਾ, ਜਿਹਦੀ ਖਾਤਰ ਕੁਹਾੜਾ ਮਾਰਿਆ ਉਹਨੇ ਸਾਥ ਫਿਰ ਵੀ ਕੋਈ ਨਹੀਂ ਦੇਣਾ, ਉਹਨੇ ਫਿਰ ਵੀ 2 ਕਦਮ ਨਾਲ ਨਹੀਂ ਤੁਰਨਾ। ਅਖੀਰ ਨੂੰ ਫਿਰ ਸਾਥ ਸਭਨਾਂ ਦਾ ਛੁੱਟ ਜਾਏਗਾ। ਉਦੋਂ ਫਿਰ ਬੰਦਾ ਰੋਂਦਾ ਹੈ, ਮੈਂ ਕੀ ਕਰ ਬੈਠਾ। ਕਿਉਂਕਿ ਜਦੋਂ ਪਹਿਲਾਂ ਇਹ ਕਰਮ ਕਰਦਾ ਉਦੋਂ ਥੋੜੀ ਸੋਚਦਾ ਹੈ, ਜਦੋਂ ਕਰਮ ਦਾ ਫਲ ਮਿਲਦਾ ਫਿਰ ਤਾਹਾਂ ਮਾਰ ਕੇ ਰੋਂਦਾ ਹੈ ਵੀ ਇਹ ਮੈਂ ਕੀ ਕਰ ਬੈਠਾ, ਮੇਰੇ ਤੋਂ ਕੀ ਹੋ ਗਿਆ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਦੇਖ ਸੰਸਾਰ ਦੀ ਹਾਲਤ ਕੀ ਹੈ। ਨਿਸ ਦਿਨ ਦਿਨ ਰਾਤ ਮਾਇਆ ਦੀ ਖਾਤਰ ਡੋਲਦਾ ਪਿਆ। ਔਰ ਜਦੋਂ ਗੁਰੂ ਦੁਆਰੇ ਆਏ ਤੇ ਮਹਾਰਾਜ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨਹਾਰ। ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ, ਕਹਿੰਦੇ ਤੂੰ ਸਤਿਗੁਰੂ ਦੇ ਨਾਲ ਜੁੜ ਕੇ ਉਸ ਕਰਤੇ ਪੁਰਖ ਨੂੰ ਧਿਆ। ਜਦੋਂ ਉਹਨੂੰ ਧਿਆਏਂਗਾ ਤੇਰੇ ਸਾਰੇ ਦੁੱਖ ਬਿਨ ਖਤਮ ਹੋ ਜਾਣਗੇ, ਸਾਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਏਗਾ। ਤੂੰ ਡੋਲੇਂਗਾ ਹੀ ਨਹੀਂ, ਤੂੰ ਰੋਜ਼ ਉੱਠ ਕੇ ਅਰਦਾਸ ਕਰਿਆ ਕਰ, ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੇਰੇ ਦਾਤਾ ਜੀ ਮੇਰੇ ਸਿਰ ਤੇ ਹੱਥ ਰੱਖਿਓ ਆਪਣਾ, ਮੈਂ ਸਾਰਾ ਦਿਨ ਮਾਇਆ ਵਿੱਚ ਸੰਸਾਰ ਵਿੱਚ ਵਿਚਰਨਾ ਤੇ ਕਿਤੇ ਇਸ ਸੰਸਾਰ ਵਿੱਚ ਵਿਚਰਦਿਆਂ ਮੇਰਾ ਮਨ ਡੋਲ ਨਾ ਜਾਏ। ਤੇ ਡੋਲੇਗਾ ਪਤਾ ਕੌਣ? ਜਿਹੜਾ ਅੰਦਰੋਂ ਖਾਲੀ ਹੋਏਗਾ। ਖਾਲੀ ਭਾਂਡਾ ਹੀ ਖੜਕਦਾ ਹੈ, ਤੇ ਜਿਹੜਾ ਅੰਦਰ ਉਹਦੀ ਕਿਰਪਾ ਬਖਸ਼ਿਸ਼ ਨਾਲ ਭਰਿਆ ਹੋਏਗਾ ਉਹ ਕਦੇ ਵੀ ਨਹੀਂ ਡੋਲਦਾ। ਮਹਾਰਾਜ ਕਹਿੰਦੇ ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ। ਜਿਹੜਾ ਅੰਦਰੋਂ ਉਹਦੇ ਸ਼ੁਭ ਗੁਣਾਂ ਨਾਲ ਭਰਪੂਰ ਹੋ ਜਾਂਦਾ ਨਾ, ਉਹ ਕਦੇ ਵੀ ਨਹੀਂ ਡੋਲਦਾ। ਪਰ ਉਹ ਅੰਦਰ ਪੂਰਾ ਕਿਵੇਂ ਹੋ ਗਿਆ? ਕਹਿੰਦੇ ਪੂਰਾ ਕੀਆ ਪ੍ਰਭ ਆਪ, ਪ੍ਰਭੂ ਨੇ ਆਪ ਉਹਦੇ ਤੇ ਕਿਰਪਾ ਕਰਕੇ ਉਹਨੂੰ ਪੂਰਾ ਕਰ ਦਿੱਤਾ। ਕਿਉਂ ਕੀਤਾ? ਕਿਉਂਕਿ ਉਹ ਆਪ ਪੂਰਾ ਹੈ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਪਰਮੇਸ਼ਵਰ ਆਪ ਪੂਰਾ ਹੈ। ਅਸੀਂ ਅਧੂਰੇ ਹਾਂ ਤੇ ਅਧੂਰੇ ਅਸੀਂ ਤਾਂ ਪੂਰੇ ਕੋਲ ਆਏ ਹਾਂ। ਕਈ ਵਾਰ ਜ਼ਿਕਰ ਕੀਤਾ ਆਪ ਜੀ ਦੇ ਨਾਲ ਕਿ ਇਸ ਪੂਰਾ ਸਤਿਗੁਰੂ ਜੀ ਜਿਹਦੇ ਚਰਨਾਂ 'ਚ ਜੁੜ ਕੇ ਅਸੀਂ ਨਿਰੰਕਾਰ ਨਾਲ ਜੁੜਨਾ, ਉਹ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਪੂਰੇ ਦੇ ਗੁਣ ਗਾਓ। ਜੇ ਪੂਰੇ ਹੋ ਕੇ ਨਹੀਂ ਡੋਲਣਾ ਚਾਹੁੰਦੇ ਤਾਂ ਹਜੇ ਅਸੀਂ ਅਧੂਰੇ ਹਾਂ, ਹਜੇ ਸਾਡਾ ਅੰਦਰ ਦਾ ਭਾਂਡਾ ਜਿਹੜਾ ਉਹ ਖਾਲੀ ਹੈ, ਜਿਹਦੇ ਕਰਕੇ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ। ਮਹਾਰਾਜ ਕਹਿੰਦੇ ਚਲੋ ਪ੍ਰਾਣੀ ਡੋਲ ਤਾਂ ਰਿਹਾ ਹੀ ਹੈ, ਪਰ ਅਗਲੀ ਗੱਲ ਕੋਟਨ ਮੈਂ ਨਾਨਕ ਕਉ ਨਾਰਾਇਣ ਜਹ ਚੀਤ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਟਨ ਮੈਂ, ਕਰੋੜਾਂ ਦੇ ਵਿੱਚ ਕਰੋੜਾਂ ਧਰਮੀ ਨਜ਼ਰ ਆ ਰਹੇ ਨੇ, ਕਰੋੜਾਂ ਦੇ ਧਰਮ ਦੇ ਚਿੰਨ੍ਹ ਨਜ਼ਰ ਆ ਰਹੇ ਨੇ, ਧਰਮ ਦਾ ਪਹਿਰਾਵਾ ਨਜ਼ਰ ਆ ਰਿਹਾ, ਧਰਮ ਦੇ ਰਾਹ ਉੱਤੇ ਤੁਰਦੇ ਨਜ਼ਰ ਆ ਰਹੇ ਨੇ। ਪਰ ਇਹਨਾਂ ਸਾਰਿਆਂ ਵਿੱਚੋਂ ਜੇ ਵੇਖਿਆ ਜਾਏ ਤਾਂ ਮਹਾਰਾਜ ਕਹਿੰਦੇ ਕੋਈ ਹੈ ਜਿਹਦਾ ਨਾਰਾਇਣ ਨਿਰੰਕਾਰ ਦੇ ਨਾਲ ਚਿੱਤ ਜੁੜਿਆ ਹੋਇਆ ਹੈ।
ਜੇ ਸਾਰਿਆਂ ਦਾ ਹੀ ਚਿੱਤ ਜੁੜ ਜਾਏ ਤੇ ਦੁਨੀਆ ਤੋਂ ਪਾਪ ਨਾ ਮੁੱਕ ਜਾਏ। ਜੇ ਸਾਰਿਆਂ ਦਾ ਹੀ ਚਿੱਤ ਨਿਰੰਕਾਰ ਨਾਲ ਜੁੜ ਜਾਏ ਫਿਰ ਧਰਮ ਦੀ ਦੁਨੀਆ ਵਿੱਚ ਕੋਈ ਪਖੰਡੀ ਰਵੇ ਹੀ ਨਾ। ਫਿਰ ਧਰਮ ਦੀ ਦੁਨੀਆ ਵਿੱਚ ਕੋਈ ਮਾੜਾ ਗਲਤ ਕਰਮ ਕਦੇ ਹੋਵੇ ਹੀ ਨਾ। ਜੇ ਸਾਰਿਆਂ ਦਾ ਹੀ ਚਿੱਤ ਜੁੜ ਜਾਵੇ, ਜਿੰਨੇ ਧਰਮੀ ਲੋਕ ਆਪਾਂ ਦੁਨੀਆ 'ਚ ਵੇਖਦੇ ਹਾਂ, ਵੱਖ-ਵੱਖ ਧਰਮਾਂ ਦੇ ਜਿੰਨੇ ਅਸੀਂ ਧਰਮ ਬਣਾ ਲਏ ਨੇ, ਸਾਰਿਆਂ ਨੇ ਜੁੜਨਾ ਤੇ ਇੱਕ ਅਕਾਲ ਪੁਰਖ ਨਾਲ ਹੀ ਹੈ। ਜਿੰਨੇ ਵੀ ਧਰਮ ਦੇਖ ਰਹੇ ਹਾਂ, ਧਰਮੀ ਲੋਕ ਵੇਖ ਰਹੇ ਹਾਂ, ਜੇ ਸਾਰੇ ਹੀ ਧਰਮੀ ਹੋ ਜਾਣ ਤੇ ਦੁਨੀਆ ਤੋਂ ਪਾਪ ਨਾ ਮੁੱਕ ਜਾਏ। ਦੁਨੀਆ ਦੇ ਵਿੱਚ ਜਿਹੜਾ ਪਾਪ ਹੋ ਰਿਹਾ ਜਾਂ ਪਖੰਡ ਰਚ ਕੇ ਬੈਠੇ ਆ, ਉਹ ਸਾਰੇ ਦਾ ਸਾਰਾ ਹੀ ਕਿਤੇ ਖਤਮ ਨਾ ਹੋ ਜਾਏ। ਪਰ ਨਹੀਂ, ਮਹਾਰਾਜ ਕਹਿੰਦੇ ਧਰਮੀ ਬਹੁਤ ਨੇ, ਪਰ ਉਹਨਾਂ ਵਿੱਚੋਂ ਕੋਈ ਇੱਕ ਆਦੀ ਹੈ ਜਿਹੜਾ ਅਸਲ ਵਿੱਚ ਜੁੜਿਆ ਹੋਇਆ ਹੈ। ਨਹੀਂ ਤੇ ਬਾਹਰ ਸਿਰਫ ਵਿਖਾਵਾ ਹੀ ਹੈ। ਅੰਤਰ ਅਗਨ ਬਾਹਰ ਤਨ ਸੁਆ। ਬਾਹਰੋਂ ਸੁਆ ਵੇਖ ਕੇ ਧਰਮੀ ਨਾ ਸਮਝ ਲਓ, ਅੰਦਰ ਵੇਖੋ ਵਿਕਾਰਾਂ ਦੀ ਅਗਨੀ ਬਲਦੀ ਪਈ ਹੈ। ਬਾਹਰੋਂ ਜਿਹੜਾ ਉਹ ਧਰਮ ਦੇ ਚਿੰਨ੍ਹ ਵੇਖ ਕੇ, ਜਿਵੇਂ ਰਾਤ ਵੀ ਜ਼ਿਕਰ ਕੀਤਾ ਸੀ ਕਿ ਅੱਜ ਉੱਥੇ ਜੋ ਚੜ੍ਹਦੀ ਕਲਾ ਵਾਲਾ ਜੀਵਨ ਬਣਿਆ ਹੋਇਆ, ਮਾਹੌਲ ਬਣਿਆ ਹੋਇਆ, ਉਹਨੂੰ ਢਹਿੰਦੀ ਕਲਾ ਵਿੱਚ ਲਿਆਉਣ ਵਾਸਤੇ ਧਰਮ ਦਾ ਪਹਿਰਾਵਾ ਪਾ ਕੇ ਭੇਜਿਆ ਜਾ ਰਿਹਾ ਹੈ। ਉੱਥੇ ਸੁਣਨ ਨੂੰ ਮਿਲਿਆ ਵੀ ਇੱਕ ਐਸਾ ਲਿਵਾਜ਼ ਕਿ ਉਹਦੇ ਦਸਤਾਰ ਵੀ ਸਜਾ ਦਿੱਤੀ, ਉਹਦੇ ਕਿਰਪਾਨ ਵੀ ਪਹਿਨਾ ਦਿੱਤੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਧਰਮੀ ਗੁਰੂ ਦਾ ਸਿੱਖ ਹੈ। ਤੇ ਉਹਦੇ ਹੱਥ ਵਿੱਚ ਨਸ਼ਾ ਪਕੜਾ ਕੇ ਭੇਜ ਦਿੱਤਾ ਉਸ ਇਕੱਠ ਵਿੱਚ, ਤਾਂ ਕਿ ਲੋਕ ਭੜਕ ਜਾਣ। ਪਰ ਜਿੱਥੇ ਰਾਤ ਵੀ ਜ਼ਿਕਰ ਕੀਤਾ ਸੀ ਗੁਰਬਾਣੀ ਦੀ ਕਲਾ ਵਰਤਦੀ ਹੋਵੇ ਤੇ 24 ਘੰਟੇ ਜਿੱਥੇ ਦਿਲਾਂ 'ਚੋਂ ਅਰਦਾਸ ਹੁੰਦੀ ਹੋਵੇ, ਉੱਥੇ ਫਿਰ ਇਹੋ ਜਿਹੇ ਬਹਿਰੂਪੀਏ ਜ਼ਿਆਦਾ ਚਿਰ ਟਿਕ ਨਹੀਂ ਸਕਦੇ। ਉੱਥੇ ਫਿਰ ਇਹੋ ਜਿਹਿਆਂ ਦੇ ਪਰਦੇ ਫਾਸ਼ ਹੋ ਜਾਂਦੇ ਨੇ। ਤੇ ਪਤਾ ਲੱਗ ਗਿਆ ਵੀ ਅਸਲ ਵਿੱਚ ਇਹ ਉਹਨਾਂ ਹੁਕਮਰਾਨਾਂ ਦੀ ਕਰਤੂਤ ਹੈ, ਕਿਉਂਕਿ ਉਹ ਸਾਡਾ ਇਹ ਇਕੱਠ ਬਰਦਾਸ਼ਤ ਨਹੀਂ ਕਰ ਪਾ ਰਹੇ। ਉਹ ਚੜ੍ਹਦੀ ਕਲਾ ਜਿਹੜੀ ਦਿਨੋਂ ਦਿਨ ਹੁੰਦੀ ਜਾ ਰਹੀ ਹੈ, ਉਹਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਉਹ ਫਿਰ ਇਸ ਤਰ੍ਹਾਂ ਦੇ ਜਿਹੜੇ ਨੇ ਖੇਡ ਹੱਥ ਕੰਡੇ ਅਪਣਾਉਂਦੇ ਨੇ। ਸਭ ਕਹਿੰਦੇ ਹਰ ਧਰਮ ਵਿੱਚ ਦਿਸਣ ਵਾਲਾ ਧਰਮੀ ਨਹੀਂ ਹੋ ਸਕਦਾ। ਕੋਈ ਵਿਰਲਾ ਹੈ ਜਿਹਦਾ ਚਿੱਤ ਨਿਰੰਕਾਰ ਨਾਲ ਜੁੜਿਆ ਹੋਇਆ ਹੈ। ਬਹੁਤ ਲੋਕ ਐਸੇ ਨੇ ਜਿਹੜੇ ਕਹਿੰਦੇ ਅਸੀਂ ਤੇ ਧਰਮ ਦੇ ਧਰਮੀ ਬੰਦਾ ਵੇਖ ਕੇ ਨਾ, ਉਹਦਾ ਲਿਵਾਜ਼, ਉਹਦਾ ਪਹਿਰਾਵਾ ਵੇਖ ਕੇ ਹੀ ਅਸੀਂ ਤਾਂ ਠੱਗੇ ਗਏ, ਅਸੀਂ ਤਾਂ ਲੁੱਟੇ ਗਏ। ਅਸੀਂ ਸੋਚਿਆ ਵੀ ਇਹ ਪੁਰਸ਼ ਧਰਮੀ ਹੋਏਗਾ, ਪਰ ਬਾਅਦ ਵਿੱਚ ਹੀ ਪਤਾ ਲੱਗਾ ਵੀ ਅਸੀਂ ਤੇ ਇਹਦੇ ਹੱਥੋਂ ਲੁੱਟੇ ਗਏ ਸਾਂ। ਕਿਉਂ? ਕਿਉਂਕਿ ਅਸਲ ਵਿੱਚ ਉਹ ਬਾਹਰੋਂ ਧਰਮ ਦਾ ਲਿਵਾਜ਼ ਪਾ ਕੇ ਆਇਆ, ਪਰ ਉਹਦਾ ਚਿੱਤ ਮਾਇਆ ਨਾਲ ਜੁੜਿਆ ਸੀ, ਨਿਰੰਕਾਰ ਦੇ ਨਾਲ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹੀ ਕਾਰਨ ਹੈ ਕਿ ਦਿਨ ਰਾਤ ਮਨ ਅੰਦਰ ਡੋਲ ਰਿਹਾ ਹੈ, ਇਹ ਪ੍ਰਾਣੀ ਡੋਲ ਰਿਹਾ ਹੈ। ਔਰ ਕਰੋੜਾਂ ਧਰਮੀਆਂ ਦੇ ਵਿੱਚੋਂ ਦੀ ਕਉ ਨਾਰਾਇਣ ਜਹ ਚੀਤ, ਕੋਈ ਹੈ ਜਿਹਦਾ ਚਿੱਤ ਨਿਰੰਕਾਰ ਦੇ ਨਾਲ ਜੁੜਿਆ। ਤੇ ਜਿਹਦਾ ਜੁੜਿਆ ਨਿਰੰਕਾਰ ਨਾਲ ਚਿੱਤ ਜੁੜ ਗਿਆ, ਉਹਦਾ ਮਨ ਵੀ ਅੰਦਰ ਫਿਰ ਡੋਲਦਾ ਨਹੀਂ, ਟਿਕ ਜਾਂਦਾ ਹੈ। ਉਹਦੀ ਫਿਰ ਸੁਰਤ ਵੀ ਕਿਤੇ ਹੋਰ ਨਹੀਂ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਦੀ ਹੈ। ਤੇ ਜਿਹਦਾ ਚਿੱਤ ਨਿਰੰਕਾਰ ਨਾਲ ਜੁੜ ਗਿਆ, ਉਹ ਫਿਰ ਆਪਣਾ ਜਨਮ ਸਫਲਾ ਕਰਕੇ ਜਾਂਦਾ ਹੈ। ਉਹ ਜਿੰਨੀ ਮਰਜ਼ੀ ਮੁਸੀਬਤਾਂ ਦੁੱਖ ਦੇ ਪਹਾੜ ਵੀ ਆ ਕੇ ਡਿੱਗ ਜਾਣ, ਪਰ ਉਹ ਡੋਲਦਾ ਨਹੀਂ, ਘਬਰਾਉਂਦਾ ਨਹੀਂ। ਉਹ ਮੁਸੀਬਤਾਂ ਤੇ ਦੁੱਖ ਦੀ ਘੜੀ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ, ਜਿਹਦਾ ਚਿੱਤ ਨਿਰੰਕਾਰ ਦੇ ਨਾਲ ਜੁੜ ਜਾਂਦਾ ਹੈ। ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਫਿਰ ਸਮਝਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਹੇ ਸੰਸਾਰ ਦੇ ਪ੍ਰਾਣੀ, ਤੂੰ ਦਿਨ ਤੇ ਰਾਤ ਦਾ ਸਮਾਂ ਆਪਣਾ ਕਿਉਂ ਗਵਾਉਣ ਤੇ ਲੱਗਾ ਹੋਇਆ ਹੈ? ਤੂੰ ਇਸ ਮਾਇਆ ਦੀ ਖਾਤਰ ਹਰ ਵੇਲੇ ਡੋਲ ਰਿਹਾ ਹੈ, ਹਰ ਵੇਲੇ ਡੋਲ ਰਿਹਾ ਹੈ। ਪਰ ਕੀ ਤੈਨੂੰ ਤੇਰੀ ਜ਼ਿੰਦਗੀ ਦੀ ਸੱਚਾਈ ਦਾ ਨਹੀਂ ਪਤਾ? ਜਿਹੜਾ ਤੂੰ ਜੀਵਨ ਜੀ ਰਿਹਾ ਹੈ, ਤੈਨੂੰ ਇਸ ਜੀਵਨ ਜਿਉਣ ਦੀ ਸੱਚਾਈ ਦਾ ਨਹੀਂ ਪਤਾ। ਤੇਰੀ ਜ਼ਿੰਦਗੀ ਦਾ ਜੇ ਤੈਨੂੰ ਨਹੀਂ ਪਤਾ ਤੇ ਇੱਕ ਪਾਣੀ ਉੱਤੇ ਬਣਦੇ ਹੋਏ ਬੁਲਬੁਲੇ ਵੱਲ ਧਿਆਨ ਲਾ ਕੇ ਵੇਖ ਲੈ। ਜਿਹੜਾ ਬੁਲਬੁਲਾ ਪਾਣੀ ਦਾ ਬਣਦਾ ਹੈ, ਉਹ ਦੇਖਦਿਆਂ ਦੇਖਦਿਆਂ ਬਣਦਾ ਵੀ ਹੈ ਤੇ ਮਿਟ ਵੀ ਜਾਂਦਾ ਹੈ। ਕਦੇ ਵੀ ਪਾਣੀ ਦਾ ਬੁਲਬੁਲਾ ਅਗਲੇ ਦਿਨ ਤੱਕ ਨਹੀਂ ਰਹਿੰਦਾ। ਅਗਲਾ ਦਿਨ ਤੇ ਛੱਡੋ, ਜੇ ਸਵੇਰੇ ਬਣਿਆ ਤੇ ਦੁਪਹਿਰ ਸ਼ਾਮ ਤੱਕ ਨਹੀਂ ਰਹਿੰਦਾ। ਉਹ
ਉਹ ਤੇ ਬਸ ਪਲਾਂ ਲਈ ਉਹ ਬਣਦਾ ਹੈ ਤੇ ਪਲਾਂ ਵਿੱਚ ਹੀ ਮਿਟ ਜਾਂਦਾ ਹੈ। ਕਹਿੰਦੇ ਤੇਰੀ ਜ਼ਿੰਦਗੀ ਵੀ ਇਹੀ ਹੈ, ਤੇਰਾ ਪਤਾ ਕੋਈ ਨਹੀਂ ਕਿਹੜੇ ਵੇਲੇ ਆਖਰੀ ਦਮ ਤੇਰੇ ਭਾਂਡੇ ਚੋਂ ਨਿਕਲ ਜਾਣਾ ਹੈ। ਆਖਰੀ ਸਮਾਂ, ਆਖਰੀ ਟਾਈਮ ਕਿਹੜਾ ਤੇਰਾ ਜੀਵਨ ਦਾ ਹੈ, ਪਰ ਤੂੰ ਮਾਇਆ ਦੀ ਖਾਤਰ ਦਿਨ ਰਾਤ ਡੋਲਦਾ ਪਿਆ। ਜੇ ਸਾਡੇ ਇਸ ਸਮੇਂ ਦੇ ਹੁਕਮਰਾਨ ਨੂੰ ਪਤਾ ਲੱਗ ਜਾਏ ਕਿ ਦੁਨੀਆ ਵਿੱਚ ਮੈਂ ਲੈ ਕੇ ਕੀ ਜਾਣਾ ਨਾਲ, ਮੈਂ ਲੈ ਕੇ ਕੀ ਆਇਆ ਸੀ, ਦੁਨੀਆ ਤੋਂ ਕੀ ਲੈ ਕੇ ਜਾਣਾ, ਜ਼ਿੰਦਗੀ ਦਾ ਪਤਾ ਕੋਈ ਨਹੀਂ ਕਦੋਂ ਮੁੱਕ ਜਾਣੀ, ਫਿਰ ਇੰਨੇ ਲੋਕਾਂ ਦੀ ਹਾਏ ਮੈਂ ਕਿਉਂ ਲਵਾਂ, ਇੰਨੇ ਲੋਕਾਂ ਦੀਆਂ ਬਦਦੁਆਵਾਂ ਮੈਂ ਕਿਉਂ ਇਕੱਠੀਆਂ ਕਰਾਂ। ਉਹ ਤੇ ਦੁਆਵਾਂ ਲਵੇ ਕਿ ਮੈਨੂੰ ਤੁਸੀਂ ਦੁਆਵਾਂ ਦੇਵੋ ਕਿ ਤੁਸੀਂ ਮੈਨੂੰ ਇੰਨੀ ਵੱਡੀ ਸੇਵਾ ਦਿੱਤੀ ਹੈ, ਉਹਨੂੰ ਮੈਂ ਇਮਾਨਦਾਰੀ ਨਾਲ ਨਿਭਾ ਕੇ ਤੇ ਉਸ ਮਾਲਕ ਦੇ ਘਰ ਮੁਖ ਉਜਲ ਕਰਕੇ ਜਾਵਾਂ। ਪਰ ਨਹੀਂ, ਪਤਾ ਵੀ ਹਜੇ ਤਾਂ ਆਸ ਰੱਖ ਕੇ ਬੈਠਾ ਵੀ ਮੈਨੂੰ ਕਿਹੜਾ ਅਜੇ 10-20 ਸਾਲ ਕੁਝ ਹੋਣਾ ਹੈ। 10-20 ਸਾਲ ਤੇ ਬਹੁਤ ਵੱਡੀ ਸੋਚ ਹੈ। ਮਹਾਰਾਜ ਕਹਿੰਦੇ ਜੇ ਤੂੰ 10 ਦਿਨ ਵੀ ਕਵੇਂ ਨਾ ਉਹ ਵੀ ਗਲਤ ਹੈ। ਤੇਰੀ ਹਾਲਤ ਤਾਂ ਬੰਦਿਆਂ ਇਹ ਹੈ ਕਿ ਹਮ ਆਦਮੀ ਹਾਂ ਇੱਕ ਦਮ ਹੈ, ਪਤਾ ਨਹੀਂ ਅਗਲਾ ਦਮ ਆਉਣਾ ਕਿ ਨਹੀਂ ਆਉਣਾ, ਕਿਸੇ ਨੂੰ ਪਤਾ ਹੈ? ਅਸੀਂ ਲਿਖਾ ਕੇ ਆਏ ਹਾਂ ਵੀ ਹਾਂ ਇੰਨੇ ਦਮ ਜਿਹੜੇ ਨੇ ਉਹ ਸਾਨੂੰ ਪਤਾ ਹੈ, ਪਤਾ ਹੀ ਨਹੀਂ ਲੱਗਣਾ ਕਿਆ ਜਾਨਣਾ ਕਿ ਵ ਮਰੇਂਗੇ ਕੈਸਾ ਮਰਨਾ ਹੋਏ। ਹਰ ਵੇਲੇ ਉਸ ਮਾਲਕ ਨੂੰ ਚੇਤੇ ਰੱਖੋ, ਕਿਉਂਕਿ ਪਤਾ ਨਹੀਂ ਕਿਹੜਾ ਦਮ ਸਾਡਾ ਆਖਰੀ ਬਣ ਜਾਣਾ ਹੈ, ਕਿਹੜਾ ਦਿਨ ਆਖਰੀ, ਕਿਹੜੀ ਰਾਤ ਆਖਰੀ ਹੋ ਜਾਣੀ ਹੈ। ਪਰ ਅਸੀਂ ਮਾਇਆ ਦੀ ਖਾਤਰ ਦਿਨ ਰਾਤ ਡੋਲ ਰਹੇ ਹਾਂ, ਇਸ ਸੰਸਾਰ ਵਿੱਚ ਦਿਨ ਰਾਤ ਸੁਰਤ ਲਾ ਕੇ ਬੈਠੇ ਹੋਏ ਹਾਂ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਜਿਹੜਾ ਮੌਤ ਹੈ ਨਾ, ਮੌਤ ਸਿਰ ਦੇ ਉੱਪਰ ਹੈ, ਕਹਿੰਦੇ ਜਾਣਾ ਬੜੀ ਦੂਰ ਹੈ, ਉਹ ਚਿੰਤਾ ਨਹੀਂ ਤੂੰ ਕਰਦਾ ਪਿਆ। ਬਸ ਜਿਹੜਾ ਮਾਇਆ ਧਾਰੀ ਵਿੱਚ ਫਸਿਆ ਬੈਠਾ, ਮਾਇਆ ਧਾਰੀ ਬਣ ਕੇ, ਕਹਿੰਦੇ ਬਸ ਉਹਦੀ ਚਿੰਤਾ ਲੱਗੀ ਹੋਈ ਹੈ। ਇਹ ਪਤਾ ਹੀ ਨਹੀਂ ਕਿ ਆਖਰਲਾ ਦਮ ਕਦੋਂ ਨਿਕਲ ਜਾਣਾ ਹੈ। ਇਹੀ ਕਾਰਨ ਸੀ ਕਿ ਸਤਿਗੁਰੂ ਜੀ ਸਾਨੂੰ ਸਮਝਾਉਂਦਿਆਂ ਹੋਇਆਂ ਹਲੂਣੇ ਦਿੰਦੇ ਨੇ। ਕਹਿਣ ਲੱਗੇ ਧਿਆਨ ਰੱਖ, ਇੱਕ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੇ ਕਿ ਨਾ ਆਵੇ ਰਾਮ। ਤੂੰ ਇੰਨੀ ਵੀ ਢਿੱਲ ਨਾ ਕਰ, ਖਿੰਨ ਜਿੰਨੀ ਵੀ ਢਿੱਲ ਨਾ ਕਰ। ਤੇ ਇੱਥੇ ਤਾਂ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਦੀ ਹਾਲਤ ਬਣੀ ਪਈ ਹੈ। ਉੱਥੇ ਕਹਿ ਰਹੇ ਆ ਵੀ ਤੂੰ ਖਿੰਨ ਵੀ ਢਿੱਲ ਨਾ ਕਰ, ਤੇ ਇੱਥੇ ਦਿਨ ਰਾਤ ਇਸ ਮਾਇਆ ਦੇ ਰੰਗਾਂ ਵਿੱਚ ਰੰਗਿਆ ਹੋਇਆਂ ਹੀ ਬੰਦਾ ਬਸ ਸਾਰੀ ਜ਼ਿੰਦਗੀ ਲੰਘਾ ਰਿਹਾ, ਤੇ ਇੱਥੇ ਨਿਰੰਕਾਰ ਨਾਲ ਤਾਂ ਸੁਰਤ ਜੋੜੀ ਕੋਈ ਨਹੀਂ ਰਹੀ। ਬਾਰ-ਬਾਰ ਗੁਰਬਾਣੀ ਵਿੱਚ ਹਲੂਣੇ ਦੇ ਕੇ, ਉਦਾਹਰਨਾਂ ਦੇ ਕੇ ਸਮਝਾਇਆ, ਐਗਜ਼ਾਮਪਲ ਦੇ ਕੇ ਸਮਝਾਇਆ। ਐਗਜ਼ਾਮਪਲ ਦੀ ਲੋੜ ਕਿੱਥੇ ਪੈਂਦੀ ਹੈ, ਉਦਾਹਰਣ ਦੀ ਲੋੜ ਕਿੱਥੇ ਪੈਂਦੀ ਹੈ, ਦ੍ਰਿਸ਼ਟਾਂਤ ਦੇਣ ਦੀ ਲੋੜ ਕਿੱਥੇ ਪੈਂਦੀ ਹੈ, ਜਿੱਥੇ ਬੰਦੇ ਨੂੰ ਸਮਝ ਕੋਈ ਨਾ ਆਵੇ। ਫਿਰ ਉਹਨੂੰ ਇੱਕ ਉਦਾਹਰਣ ਦਾ ਸਹਾਰਾ ਲੈ ਕੇ ਸਮਝਾਇਆ ਜਾਂਦਾ, ਸ਼ਾਇਦ ਇਹਨੂੰ ਸਮਝ ਆ ਜਾਏ। ਸਾਹਿਬ ਜੀ ਕਹਿੰਦੇ ਬੰਦਿਆ ਦੇਖ ਤੇਰੀ ਹਾਲਤ ਕੀ ਹੈ ਔਰ ਇਸ ਜਗਤ ਦੀ ਰਚਨਾ ਕੀ ਹੈ। ਤੇਰੀ ਹਾਲਤ ਹੈ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਪਰ ਜਗਤ ਦੀ ਰਚਨਾ ਦੀ ਹਾਲਤ ਕੀ ਹੈ। ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ, ਨੀਤ ਨਿਤ ਉਪਜਦਾ ਤੇ ਨਿਤ ਬਿਨਸਦਾ ਹੈ। ਇਹ ਦੁਨੀਆ ਦੇ ਵਿੱਚ ਵੀ ਲੋਕ ਨਿਤ ਉਪਜ ਰਹੇ ਨੇ ਤੇ ਨਿਤ ਬਿਨਸ ਰਹੇ। ਪਹਿਲਾਂ ਹੀ ਜ਼ਿਕਰ ਕੀਤਾ ਵੀ ਸ਼ਲੋਕ ਵਿੱਚ ਹੀ ਸਵਾਲ ਤੇ ਸ਼ਲੋਕ ਵਿੱਚ ਹੀ ਜਵਾਬ ਹੈ। ਹੁਣ ਉਪਜੈ ਨਿਪਜੇ ਦਾ ਜਵਾਬ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਲੋਕ ਵਿੱਚ ਹੀ ਦਿੱਤਾ ਹੈ। ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਤੇ ਜਿੱਦਨ ਉਹ ਸ਼ਲੋਕ ਆਏਗਾ ਉਸ ਦਿਨ ਇਹ ਸ਼ਲੋਕ ਦਾ ਹਵਾਲਾ ਦੇਣਾ ਪਏਗਾ। ਤੇ ਅੱਜ ਇਹ ਸ਼ਲੋਕ ਹੈ ਤੇ ਸਾਨੂੰ ਉਹ ਸ਼ਲੋਕ ਦਾ ਸਹਾਰਾ ਲੈਣਾ ਪਏਗਾ। ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਭ ਕਹਿੰਦੇ ਇਹ ਜੰਜਾਲ ਛੱਡ ਤੇ ਉਹਦੇ ਗੁਣ ਗਾ, ਕਿਉਂਕਿ ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਹੈ, ਕਿੱਥੇ ਆ ਕੇ ਇਹਨੇ ਮੁੱਕ ਜਾਣਾ ਹੈ। ਕੋਈ ਸਦੀਵੀ ਤਾਂ ਹੈ ਨਹੀਂ, ਸਦਾ ਵਾਸਤੇ ਤੇ ਕੋਈ ਵੀ ਦੁਨੀਆ ਦੇ ਅੰਦਰ ਨਹੀਂ ਆਇਆ। ਇਹ ਤੇ ਖੇਡ ਹੈ ਉਸ ਰੱਬ ਦੀ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ, ਵਾਰੀਏ ਇਹ ਵਾਰੀ ਸਭਨਾਂ ਦੀ ਆਉਣੀ ਹੈ।
ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਰੰਕ ਹੈ। ਵਾਰੀ ਸਭਨਾਂ ਦੀ ਇਸ ਸੰਸਾਰ ਵਿੱਚ ਚੱਲਣ ਦੀ ਆਏ, ਕਿਉਂਕਿ ਦੁਨੀਆ ਦੇ ਸਿਸਟਮ ਬਦਲ ਸਕਦੇ ਨੇ, ਦੁਨੀਆ ਦੇ ਰੂਲ ਬਦਲ ਸਕਦੇ ਨੇ, ਦੁਨੀਆ ਦੇ ਨਿਯਮ ਬਦਲ ਸਕਦੇ। ਕਿਉਂ? ਕਿਉਂਕਿ ਉਹ ਅਸੀਂ ਬਣਾਉਂਦੇ ਆ, ਅਸੀਂ ਹੀ ਬਦਲਦੇ ਆ। ਅਸੀਂ ਹੀ ਉਹ ਕਾਨੂੰਨ ਨਿਯਮ ਰੂਲ ਬਣਾਉਣ ਵਾਲੇ ਆ ਤੇ ਅਸੀਂ ਹੀ ਬਦਲਣ ਵਾਲੇ ਆ। ਪਰ ਜਿਹੜਾ ਆਉਣ ਜਾਣ ਵਾਲਾ ਨਿਯਮ ਬਣਾਇਆ ਉਹ ਅਸੀਂ ਤੁਸੀਂ ਨਹੀਂ ਬਣਾਇਆ, ਤੇ ਨਾ ਹੀ ਸਾਡੇ ਵੱਡੇ ਵਡੇਰਿਆਂ ਨੇ ਬਣਾਇਆ, ਨਾ ਹੀ ਕਿਸੇ ਰਾਜੇ ਮਹਾਰਾਜੇ ਨੇ ਬਣਾਇਆ। ਇਹ ਨਿਯਮ ਬਣਾਇਆ ਉਸ ਨਿਰੰਕਾਰ ਨੇ, ਜਿਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ, ਜਿਨੇ ਇਸ ਸੰਸਾਰ ਦੇ ਜੀਵ ਜਿਹੜੇ ਆ ਉਹਨਾਂ ਦੀ ਰਚਨਾ ਕੀਤੀ ਹੈ। ਇਹ ਜਿਹਦੇ ਹੁਕਮ ਵਿੱਚ ਸਾਰਾ ਬ੍ਰਹਿਮੰਡ ਹੈ, ਕਹਿੰਦੇ ਇਹ ਉਹਦੀ ਬਣਾਈ ਹੋਈ ਮਰਿਆਦਾ ਹੈ। ਅਸੀਂ ਆਪਣੀ ਜਿਹੜੀ ਮਰਿਆਦਾ ਬਣਾਉਂਦੇ ਵੀ ਆ ਤੇ ਆਪੇ ਹੀ ਉਹਨੂੰ ਫਿਰ ਤੋੜ ਕੇ ਪਾਰ ਵੀ ਲੰਘ ਜਾਂਦੇ ਆ, ਕਿਉਂਕਿ ਅਸੀਂ ਬਣਾਈ ਹੈ। ਪਰ ਜਿਹੜੀ ਉਹਦੀ ਬਣਾਈ ਮਰਿਆਦਾ, ਉਹਦੇ ਵਿੱਚੋਂ ਲੰਘਣਾ ਬੜਾ ਔਖਾ ਹੈ। ਉਹਦਾ ਬਣਾਇਆ ਹੋਇਆ ਰੂਲ ਕੋਈ ਨਹੀਂ ਤੋੜ ਸਕਦਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਉਪਜਿਆ ਉਹਨੇ ਇੱਕ ਦਿਨ ਬਿਨਸਣਾ ਹੈ। ਹੁਣ ਇਹ ਵੀ ਨਹੀਂ ਕਿ ਜਿਹੜਾ ਉਪਜਿਆ ਹੈ ਉਹਨੇ ਬਜ਼ੁਰਗ ਭਾਵ ਕਿ ਬੁਢੇਪੇ ਤੱਕ ਦਾ ਵੀ ਸਫ਼ਰ ਕਰਨਾ ਹੈ। ਇਹ ਆਸ ਰੱਖ ਕੇ ਚੱਲ ਸਕਦੇ ਆ? ਨਹੀਂ ਰੱਖ ਸਕਦੇ, ਕਿਉਂਕਿ ਇੱਥੇ ਤਾਂ ਇੱਕ ਦਿਨ ਵਿੱਚ ਵੀ ਬੱਚਾ ਆਇਆ ਤੇ ਚਲਾ ਜਾਂਦਾ ਹੈ। ਇੱਥੇ ਤੇ ਕੁਝ ਘੰਟਿਆਂ ਵਿੱਚ ਵੀ ਜ਼ਿੰਦਗੀ ਦੀ ਲੀਲਾ ਸਮਾਪਤ ਹੋ ਜਾਂਦੀ ਹੈ, ਔਰ ਕੁਝ ਦਿਨਾਂ ਵਿੱਚ, ਕੁਝ ਸਾਲਾਂ ਵਿੱਚ ਜ਼ਿੰਦਗੀ ਸਮਾਪਤ ਕਦੋਂ ਹੋਣੀ ਹੈ ਇਹ ਨਹੀਂ ਪਤਾ ਸਾਨੂੰ। ਆਖਰੀ ਸਾਹ, ਆਖਰੀ ਦਮ ਸਾਡੇ ਇਸ ਭਾਂਡੇ ਵਿੱਚੋਂ ਕਦੋਂ ਨਿਕਲ ਜਾਣਾ ਹੈ ਨਹੀਂ ਪਤਾ। ਨਾ ਪਤਾ ਹੋਣ ਕਰਕੇ ਹੀ ਤੇ ਅਸੀਂ ਭਰਮ ਵਾਲੀ ਜ਼ਿੰਦਗੀ ਜੀ ਰਹੇ ਹਾਂ। ਇਹੀ ਕਾਰਨ ਹੈ ਕਿ ਸਾਨੂੰ ਗੁਰਬਾਣੀ ਵਿੱਚ ਇਹੀ ਗਿਆਨ ਦਿੱਤਾ ਗਿਆ ਕਿ ਬੰਦਿਆ, ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੇ ਕਾਲ ਵਾਲੀ ਗੋਦੜੀ ਹਰ ਵੇਲੇ ਪਹਿਨ ਕੇ ਰੱਖਦਾ। ਉਹਦਾ ਮਤਲਬ ਇਹ ਪਤਾ ਲੱਗ ਜਾਏ ਕਿ ਸਰੀਰ ਮਿੱਥਿਆ, ਸਰੀਰ ਨਾਸ਼ਵੰਤ ਹੈ, ਇਹ ਕਿਸੇ ਵੇਲੇ ਵੀ ਢੇਰੀ ਹੋ ਸਕਦਾ ਹੈ। ਇਹ ਸਰੀਰ ਤੇ ਅੰਦਰ ਜਿੰਦ ਦਾ ਸੁਮੇਲ ਹੈ ਨਾ। ਇੱਕ ਖਿਡੌਣਾ ਚੱਲ ਰਿਹਾ, ਉਹਦੇ ਵਿੱਚ ਬੈਟਰੀ ਹੈ ਨਾ, ਉਹ ਬੈਟਰੀ ਕਰਕੇ ਹੀ ਚੱਲ ਰਿਹਾ। ਆ ਘੜੀ ਦੀ ਸੂਈ ਘੁੰਮਦੀ ਆ, ਉਹ ਸੈੱਲ ਜਿਹੜਾ ਅੰਦਰ ਬੈਟਰੀ ਕੰਮ ਕਰ ਰਹੀ ਹੈ ਉਹਦੇ ਕਰਕੇ ਹੀ ਹੈ ਨਾ। ਜੇ ਤੁਸੀਂ ਸੈੱਲ ਕੱਢ ਦਿਓਗੇ ਤੇ ਇਹ ਸੂਈ ਹਿੱਲ ਜਾਏਗੀ? ਨਹੀਂ ਹਿੱਲੇਗੀ। ਜੇ ਕੋਈ ਖਿਡੌਣਾ ਚੱਲਦਾ ਹੈ ਤੇ ਉਹਦੇ ਵਿੱਚੋਂ ਤੁਸੀਂ ਬੈਟਰੀ ਕੱਢ ਦਿਓ ਤੇ ਉਹ ਚੱਲੇਗਾ? ਨਹੀਂ ਚੱਲੇਗਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿਸ ਦਿਨ ਅੰਦਰ ਦੀ ਜਿੰਦ ਨਿਕਲ ਗਈ ਆ ਸਰੀਰ ਵੀ ਨਹੀਂ ਹਰਕਤ ਕਰੇਗਾ, ਇਹ ਬਿਲਕੁਲ ਡੈੱਡ ਹੋ ਜਾਏਗਾ। ਇਹ ਜਿੰਦ ਕਦੋਂ ਨਿਕਲਣੀ ਹੈ ਪਤਾ ਕਿਸੇ ਨੂੰ? ਕੋਈ ਨਹੀਂ ਪਤਾ ਕਦੋਂ ਇਸ ਜਿੰਦ ਨੇ ਉਡਾਰੀ ਮਾਰ ਜਾਣੀ ਹੈ। ਇਹ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਆ ਪੰਖੀ ਪਤਾ ਨਹੀਂ ਕਿਹੜੇ ਵੇਲੇ ਅੰਦਰੋਂ ਉੱਡ ਜਾਣਾ ਤੇ ਕੱਲਾ ਪਿੰਜਰਾ ਹੀ ਇੱਥੇ ਪਿਆ ਰਹਿ ਜਾਣਾ। ਤੇ ਬੰਦਿਆ ਤੂੰ ਸਾਰੀ ਜ਼ਿੰਦਗੀ ਮੇਰ ਤੇਰ ਵਿੱਚ ਹੀ ਫਸਿਆ ਪਿਆ। ਤੂੰ ਇਸ ਮੇਰ ਤੇਰ ਵਿੱਚੋਂ ਨਿਕਲ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਹਰ ਥਾਂ ਤੇ ਉਦਾਹਰਨ ਦੇ ਕੇ ਸਮਝਾਇਆ, ਹਰ ਥਾਂ ਤੇ ਕੋਈ ਨਾ ਕੋਈ ਐਗਜ਼ਾਮਪਲ ਦੇ ਕੇ ਸਮਝਾਇਆ, ਤਾਂ ਕਿ ਸਾਡੇ ਮਨ ਨੂੰ ਕਿਸੇ ਤਰੀਕੇ ਦੇ ਨਾਲ ਸਮਝ ਆ ਜਾਏ। ਸਭ ਕਹਿੰਦੇ ਦੇਖ ਇਹ ਨਿਯਮ ਉਸ ਮਾਲਕ ਨੇ ਬਣਾਇਆ ਹੈ, ਇਹਦਾ ਪਤਾ ਕੋਈ ਨਹੀਂ। ਜੋ ਤੂੰ ਦੁਨੀਆ 'ਚ ਆਇਆ ਤੇ ਪਤਾ ਕੋਈ ਨਹੀਂ ਚੱਲਣ ਦੀ ਵਾਰੀ ਕਦੋਂ। ਹਰ ਰਾਤ ਤੇਰੀ ਆਖਰੀ ਹੋ ਸਕਦੀ ਹੈ, ਹਰ ਦਿਨ ਤੇਰਾ ਆਖਰੀ ਹੋ ਸਕਦਾ ਹੈ। ਤੂੰ ਬਸ ਹਰ ਦਮ ਆਖਰੀ ਸੋਚ ਕੇ ਚੱਲ। ਚਲਦਿਆਂ ਭਾਵੇਂ 50 ਸਾਲ ਬੀਤ ਜਾਣ, ਚਲਦਿਆਂ ਭਾਵੇਂ ਤੂੰ 80-100 ਸਾਲ ਤੱਕ ਵੀ ਪਹੁੰਚ ਜਾਏ, ਪਰ ਹਰ ਦਿਨ ਨੂੰ ਤੂੰ ਇਹ ਸੋਚ ਕਿ ਹਮ ਆਦਮੀ ਹਾਂ ਇੱਕ ਦਮੀ। ਜਦੋਂ ਇਹ ਸੋਚੇਂਗਾ ਨਾ ਹਰ ਦਮ, ਫਿਰ ਤੂੰ ਸੰਭਲ ਕੇ ਤੇ ਸੰਭਾਲ ਕੇ ਚੱਲੇਗਾ। ਫਿਰ ਤੇਰੇ ਅੰਦਰ ਅਰਦਾਸ ਹੋਏਗੀ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਮੇਰਾ ਇੱਕ ਵੀ ਦਮ ਬਿਰਥਾ ਬੇਅਰਥ ਨਾ ਚਲਾ ਜਾਏ। ਇਹ ਉਦਾਹਰਨ ਦਿੱਤੀ ਗੁਰੂ ਸਾਹਿਬ ਨੇ। ਜਿਸ ਦਿਨ ਇਹ ਗੁਰਬਾਣੀ ਦੀ ਵਿਚਾਰ ਸਮਝ ਆ ਗਈ ਨਾ, ਉਸ ਦਿਨ ਹੇਰਾ ਫੇਰੀਆਂ, ਠੱਗੀਆਂ, ਇਹ ਮਾਇਆ ਕਾਰਨ ਡੋਲਣਾ, ਚੋਰੀਆਂ, ਆ ਜਿੰਨੇ ਵੀ ਬੁਰੇ ਮਾੜੇ ਕਰਮ ਦੁਨੀਆ 'ਚ ਹੁੰਦੇ ਨੇ ਸਾਰੇ ਹੀ ਮੁੱਕ ਜਾਣਗੇ ਜਿਸ ਦਿਨ ਆ ਕਿਤੇ ਸਾਨੂੰ ਇਹਦੇ ਅਰਥ ਅਸਲੀਅਤ ਵਿੱਚ ਸਮਝ ਆ ਗਏ। ਤਾਂ ਸਾਹਿਬ ਕਹਿੰਦੇ ਜੈਸੇ ਦਾ ਅਰਥ ਕੀ ਹੈ? ਉਦਾਹਰਨ ਦੇ ਕੇ ਸਮਝਾਇਆ, ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ
ਕਹਿੰਦੇ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ। ਜਿਸ ਤਰ੍ਹਾਂ ਪਾਣੀ ਦੇ ਉੱਪਰ ਬੁਲਬੁਲਾ ਜਿਹੜਾ ਸੀ ਉਹ ਬਣਿਆ, ਬਣ ਕੇ ਫਿਰ ਮਿਟ ਗਿਆ, ਇਹ ਨਿਤ ਦੀ ਖੇਡ ਹੈ ਇਸ ਬੁਲਬੁਲੇ ਦੀ। ਸਭ ਕਹਿੰਦੇ ਇਸੇ ਤਰ੍ਹਾਂ ਪ੍ਰਾਣੀ ਤੂੰ ਆਪਣੇ ਜੀਵਨ ਨੂੰ ਵੀ ਸਮਝਣਾ ਕਰ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਮਿੱਤਰ ਮਿਲਣਾ ਸਾਨੂੰ ਕਿਤੇ, ਐਸਾ ਮੀਤ ਮਿਲਣਾ ਸਾਨੂੰ ਜਿਹੜਾ ਸਾਡੀ ਜ਼ਿੰਦਗੀ ਨੂੰ ਸਵਾਰਨ ਦੇ ਆਪਣਾ ਮਿੱਤਰ ਦਾ ਰੋਲ ਅਦਾ ਕਰ ਰਿਹਾ ਹੈ। ਦੁਨੀਆ ਦੇ ਮਿੱਤਰ ਅਸੀਂ ਸੰਸਾਰ ਵਿੱਚ ਵੇਖੀਏ ਤੇ ਸੁੱਖ ਵੇਲੇ ਹੋਰ ਹੁੰਦਾ ਹੈ, ਦੁੱਖ ਵੇਲੇ ਹੋਰ ਹੁੰਦਾ ਹੈ। ਪਰ ਸਾਹਿਬ ਕਹਿੰਦੇ ਮੈਂ ਤੈਨੂੰ ਆਪਣਾ ਮਿੱਤਰ ਬਣਾ ਕੇ ਤੇਰੇ ਹੀ ਭਲੇ ਵਾਸਤੇ। ਇਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਲਾਭ ਨਹੀਂ ਹੈ ਜਾਂ ਗੁਰੂ ਸਾਹਿਬ ਨੂੰ ਕੋਈ ਤਮਾ ਹੋਵੇ। ਇਹ ਸਾਨੂੰ ਮਿੱਤਰ ਬਣਾ ਕੇ ਸਾਡੇ ਭਲੇ ਵਾਸਤੇ ਹੀ ਸਾਨੂੰ ਸਮਝਾ ਰਹੇ ਨੇ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਵਿਹਾਤ ਹੈ ਫੂਟੇ ਘਟ ਜਿਉ ਪਾਨੀ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮੰਨ ਲੈ ਮੇਰੋ। ਮਹਾਰਾਜ ਕਹਿੰਦੇ ਮੇਰਾ ਕਹਿਆ ਮੰਨ ਲੈ, ਅਵਸਰ ਬਤੀਤ ਲੰਘਦਾ ਜਾ ਰਿਹਾ ਤੇਰੇ ਹੱਥੋਂ ਮੌਕਾ। ਜੇ ਲੰਘ ਗਿਆ ਤੇ ਮੁੜ ਕੇ ਇਹ ਮੌਕਾ ਤੇਰੇ ਹੱਥ ਨਹੀਂ ਆਉਣਾ। ਵਕਤ ਹੈ ਅੱਜ ਵੀ ਕਿਤੇ ਉਹ ਸਾਡਾ, ਕਿਉਂਕਿ ਬਾਰ-ਬਾਰ ਧਿਆਨ ਉਸ ਪਾਸੇ ਜਾਂਦਾ ਹੈ। ਅੱਜ ਵੀ ਉਹਦੇ ਕੋਲ ਮੌਕਾ ਹੈ। ਜੇ ਲੱਖਾਂ ਦਿਲਾਂ ਵਿੱਚ ਰਾਜ ਕਰਨਾ ਚਾਹੁੰਦਾ ਹੈ ਤੇ ਲੱਖਾਂ ਦੀ ਦਿਲਾਂ ਦੀ ਗੱਲ ਸੁਣ ਲਵੇ ਤਾਂ ਉਹਦਾ ਨਾਮਣਾ ਸੰਸਾਰ ਵਿੱਚ ਰਹਿ ਜਾਏਗਾ। ਤੇ ਜੇ ਉਹਨੇ ਗੱਲ ਨਾ ਸੁਣੀ ਲੱਖਾਂ ਦੀ, ਫਿਰ ਉਹ ਜਿਹੜੀ ਬਦਨਾਮੀ ਖੱਟ ਕੇ ਜਾਣੀ ਹੈ। ਚਲੇ ਤੇ ਜਾਣਾ ਦੁਨੀਆ 'ਚੋਂ ਇੱਕ ਦਿਨ, ਪਰ ਜਾਣ ਤੋਂ ਬਾਅਦ ਵੀ ਬਦਨਾਮੀ, ਇਹ ਦਾਗ ਲੱਗਿਆ ਹੀ ਰਹਿਣਾ ਹੈ। ਬੜੇ ਬੜੇ ਹੁਕਮਰਾਨ ਆਏ ਦੁਨੀਆ 'ਚ, ਕੁਝ ਨਾਮਣਾ ਆਪਣਾ ਖੱਟ ਕੇ ਗਏ, ਉਹਨਾਂ ਦੀ ਹਰ ਸਾਲ ਸ਼ੋਭਾ ਹੁੰਦੀ ਹੈ। ਹਰ ਸਾਲ ਜਦੋਂ ਇੱਕ ਦਿਨ ਆਉਂਦਾ ਹੈ ਉਹਨਾਂ ਦੀ ਸ਼ੋਭਾ ਹੁੰਦੀ ਹੈ। ਪਰ ਕਈ ਐਸੇ ਵੀ ਨੇ ਜਦੋਂ ਸਾਲ ਵਿੱਚ ਇੱਕ ਦਿਨ ਆਉਂਦਾ ਹੈ ਤੇ ਉਹਨਾਂ ਦੀ ਬਦਨਾਮੀ ਵੀ ਹੁੰਦੀ ਹੈ। ਉਹਨਾਂ ਨੇ ਜੋ ਕਰਤੂਤਾਂ ਸੰਸਾਰ ਵਿੱਚ ਕੀਤੀਆਂ ਉਹ ਫਿਰ ਸੰਸਾਰ ਵਿੱਚ ਉਹ ਚਿੱਠਾ ਖੋਲਿਆ ਜਾਂਦਾ ਹੈ ਕਿ ਅੱਜ ਦੇ ਦਿਨ ਫਲਾਣੇ ਸੰਨ ਵਿੱਚ ਫਲਾਣੇ ਨੇ ਆਹ ਕਰਮ ਕੀਤਾ ਸੀ। ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਮਹਾਰਾਜ ਨੇ ਤੇ ਕਹਿ ਦਿੱਤਾ ਧਿਆਨ ਰੱਖ, ਦੋ ਹੀ ਗੱਲਾਂ ਨੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ। ਹੁਣ ਤੂੰ ਚੰਗਾ ਕਰੇਂਗਾ ਤੇ ਫਿਰ ਤੇਰੇ ਜਾਣ ਤੋਂ ਬਾਅਦ ਵੀ ਤੈਨੂੰ ਲੋਕ ਤੇਰੀ ਸ਼ੋਭਾ ਵਡਿਆਈ ਕਰਨਗੇ। ਤੇਰੇ ਨਾਮ ਨੂੰ ਜਿਹੜਾ ਦੱਸ ਕੇ ਲੋਕ ਕਹਿਣਗੇ ਜੀਵਨ ਬਣਾਓ। ਪਰ ਜੇ ਤੂੰ ਬੁਰਾਈ ਵਾਲੇ ਕਰਮ ਕਰਕੇ ਜਾਏਗਾ, ਲੋਕ ਅੱਗੋਂ ਪ੍ਰੇਰਨਾ ਦੇਣਗੇ ਵੀ ਜੇ ਬਣਨਾ ਤੇ ਇਦਾਂ ਦਾ ਨਾ ਕਦੀ ਬਣਿਓ, ਇਦਾਂ ਦਾ ਕਦੇ ਵੀ ਜੀਵਨ ਨਾ ਬਣਾਇਓ, ਨਹੀਂ ਤੇ ਸਾਰੀ ਉਮਰ ਲਾਹਨਤਾਂ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਨੇ। ਇਸ ਲਈ ਵਾਹਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਮੈਂ ਤੈਨੂੰ ਆਪਣਾ ਮਿੱਤਰ ਬਣਾ ਕੇ ਸਮਝਾ ਰਿਹਾ ਹਾਂ। ਜਗ ਰਚਨਾ ਤੈਸੇ ਰਚੀ, ਇਹ ਜਗਤ ਦੀ ਰਚਨਾ ਵੀ ਉਸ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਰਚੀ ਗਈ ਹੈ। ਕਹੋ ਨਾਨਕ ਸੁਨ ਮੀਤ, ਹੈ ਮੇਰੇ ਹੁਣ ਮੀਤ ਸਾਰਿਆਂ ਨੂੰ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਕਿਸੇ ਇੱਕ ਨੂੰ ਨਹੀਂ ਕਹਿ ਰਹੇ, ਸਾਰੀ ਦੁਨੀਆ ਦੀ ਲੋਕਾਈ ਨੂੰ ਕਹਿ ਰਹੇ ਆ ਕਿ ਮੈਂ ਸਾਰਿਆਂ ਦਾ ਮਿੱਤਰ ਬਣ ਕੇ ਸਾਰਿਆਂ ਦੇ ਭਲੇ ਵਾਸਤੇ ਕਹਿੰਦਾ ਵੀ ਭਾਈ ਆਪਣੀ ਸੁਰਤ ਨਿਰੰਕਾਰ ਨਾਲ ਜੋੜ ਲਓ। ਇਸ ਦੁਨੀਆ ਦੇ ਰੰਗਾਂ ਵਿੱਚੋਂ ਨਿਕਲ ਕੇ ਨਾਮ ਦੇ ਰੰਗ ਵਿੱਚ ਰੰਗੇ ਜਾਓ। ਜੇ ਤੁਸੀਂ ਆਪਣੇ ਜੀਵਨ ਨੂੰ ਸਫਲਾ ਕਰਕੇ ਉਸ ਨਿਰੰਕਾਰ ਦੇ ਦੇਸ਼, ਨਿਰੰਕਾਰ ਦੇ ਚਰਨਾਂ ਵਿੱਚ ਸਦਾ ਲਈ ਆਤਮਿਕ ਤਲ ਤੇ ਲੀਨ ਹੋਣਾ ਚਾਹੁੰਦੇ, ਜੇ ਜਨਮ ਸਵਾਰ ਕੇ ਜਾਣਾ ਚਾਹੁੰਦੇ ਹੋ, ਤੇ ਫਿਰ ਆਪਣੇ ਜਨਮ ਨੂੰ ਨਿਰੰਕਾਰ ਦੇ ਵਾਲੇ ਪਾਸੇ, ਭਾਵ ਸਿਮਰਨ ਨਾਮ ਵਾਲੇ ਪਾਸੇ ਨੂੰ ਲਾਓ। ਚੰਗੇ ਨੇਕ ਕਰਮ ਕਰੋ, ਚੰਗੇ ਗੁਣਾਂ ਦੇ ਧਾਰਨੀ ਬਣੋ, ਬੁਰਾਈ ਦਾ ਤਿਆਗ ਕਰੋ, ਬੁਰੀ ਸੰਗਤ ਦਾ ਤਿਆਗ ਕਰੋ, ਤਾਂ ਕਿ ਆਪਣਾ ਜਨਮ ਸਵਾਰ ਕੇ ਜਾ ਸਕੀਏ। ਇਹੀ ਅਰਦਾਸ ਕਰਨ ਲਈ ਅਸੀਂ ਨਿਤ ਗੁਰੂ ਸਾਹਿਬ ਜੀ ਦੇ ਦਰ ਤੇ ਆਉਂਦੇ ਹਾਂ ਤੇ ਆਉਂਦੇ ਰਹਿਣਾ ਕਿ ਸਤਿਗੁਰੂ, ਇਹ ਮਾਇਆ ਜਿਹੜੀ ਹੈ ਨਾ ਸੰਸਾਰ ਦੀ ਤ੍ਰੈ ਗੁਣੀ ਮਾਇਆ, ਇਹ ਬੜਾ ਖਿੱਚਦੀ ਹੈ ਆਪਣੇ ਵੱਲ, ਜਿਹਦੇ 'ਚ ਮਨ ਬਦੋ ਬਦੀ ਡੋਲ ਜਾਂਦਾ ਹੈ। ਤੇ ਤੁਸੀਂ ਇੱਕ ਕਿਰਪਾ ਕਰ ਦਿਓ ਸਾਡੇ ਤੇ, ਇਹ ਨਾਮ ਦੇ ਰੰਗ ਵਿੱਚ ਸਾਨੂੰ ਐਸਾ ਰੰਗ ਦਿਓ
ਕਿ ਅਸੀਂ ਰਹਿਣਾ ਸੰਸਾਰ ਵਿੱਚ ਹੀ ਹੈ, ਰਹਿਣਾ ਸਮਾਜ ਵਿੱਚ ਹੀ ਹੈ, ਪਰ ਸਾਡਾ ਮਨ ਡਾਵਾਂ ਡੋਲ ਨਾ ਹੋਵੇ। ਇਹ ਅਡੋਲ ਹੋ ਕੇ ਤੁਹਾਡੇ ਨਾਲ ਨਿਰਚਿਤ ਲਾ ਕੇ ਅਸੀਂ ਜੁੜੇ ਰਹੀਏ। ਉਹਦੇ ਲਈ ਸਾਡੇ ਤੇ ਇੱਕ ਕਿਰਪਾ ਕਰ ਦਿਓ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹ, ਨਾਨਕ ਚਾਓ ਇਹ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਜਿੱਥੇ ਅਸੀਂ ਇਹ ਨਾਮ ਦੀ ਦਾਤ ਮੰਗਣੀ ਹੈ, ਉੱਥੇ ਇੱਕ ਅਰਦਾਸ ਕਰਦੇ ਰਿਹਾ ਕਰੋ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਦੋਂ ਮਿਹਰ ਦਾ ਹੱਥ ਸਾਡੇ ਸੀਸ ਤੇ ਹੋਏਗਾ ਤੇ ਨਾਮ ਦੇ ਰੰਗ ਵਿੱਚ ਰੰਗੇ ਹੋਵਾਂਗੇ। ਨੇਕ ਕਰਮ ਕਰਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ। ਆਪੇ ਮਿਲੇ ਜੀਵਨ ਬਣ ਸਕੇਗਾ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਬਾਣੀ ਬਾਣੀ ਨਿਤਨੇਮ ਦੇ ਧਾਰਨੀ ਬਣਾਈ ਰੱਖਣ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।